ਜਸ ਟੀਵੀ ਦੇਖ ਰਹੇ ਤੁਸੀਂ, मैं केपी सिंह टू द पॉइंट ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਖਾਲਿਸਤਾਨ ਦਾ ਮਤਲਬ ਹੁੰਦਾ ਕੀ ਹੈ, ਇਸ ਨੂੰ ਵਾਰ-ਵਾਰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਖਾਲਿਸਤਾਨ ਦੇ ਨਾਮ ਤੇ ਕੀ ਕੁਝ ਹੋ ਰਿਹਾ ਹੈ ਇਹ ਵਾਰ-ਵਾਰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹ ਸਮਝ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਜਿਹੜੇ ਸਮਝਦੇ ਆ ਉਹ ਕੁਝ ਹੋਰ ਦੱਸਦੇ ਆ, ਜਿਹੜੇ ਨਹੀਂ ਸਮਝਦੇ ਉਹ ਕੁਝ ਹੋਰ ਸਮਝ ਆਉਂਦੇ ਆ। ਇਹ ਸਵਾਲ ਆਪਣੇ ਵਿੱਚ ਬੜਾ ਪਚੀਦਾ ਹੈਗਾ। ਹੁਣ ਫਿਰ ਖਾਲਿਸਤਾਨ ਦਾ ਰੌਲਾ ਪੈ ਰਿਹਾ। ਖਾਲਿਸਤਾਨ ਦੀ ਮੰਗ ਕਿਸ ਨੇ ਕੀਤੀ ਸੀ, ਕਦੋਂ ਕੀਤੀ ਸੀ, ਹੁਣ ਖਾਲਿਸਤਾਨ ਦਾ ਏਜੰਡਾ ਕੀ ਹੈ, ਸਭ ਕੁਝ ਸਮੇਂ ਨਾਲ ਬਦਲਦਾ ਪਿਆ ਹੈ। ਪਰ ਇਸ ਵਿੱਚ ਰਾਜਨੀਤੀ ਹੈ ਜਿਹੜੀ ਉਹ ਕੀ ਚਾਹੁੰਦੀ ਹੈ ਕੀ ਹੈ। ਰਾਜਨੀਤੀ ਰੈਫਰੈਂਡਮ ਦੇ ਮੁੱਦੇ ਤੇ ਹੁਣ ਤੱਕ ਕਿਹੜਾ ਐਕਸ਼ਨ ਲਿਆ, ਕਿਸ ਤਰੀਕੇ ਨਾਲ ਇਸ ਸਾਰੇ ਮੁੱਦੇ ਨੂੰ ਪ੍ਰੋਪਗੇਟ ਕੀਤਾ ਜਾ ਰਿਹਾ, ਬਹੁਤ ਸਾਰੇ ਸਵਾਲ ਹੈ ਕੀ ਹੈ। ਹੁਣ ਸਵਾਲ ਖੜਾ ਹੋਇਆ ਹਿਮਾਚਲ ਵਿਧਾਨ ਸਭਾ ਦੇ ਗੇਟ ਤੇ ਬਾਹਰ ਝੰਡੇ ਲੱਗੇ ਆ, ਲਿਖਿਆ ਗਿਆ ਉੱਥੇ ਖਾਲਿਸਤਾਨ ਲਿਖਿਆ ਗਿਆ। ਉਸ ਤੋਂ ਬਾਅਦ ਸਰਹੱਦਾਂ ਸੀਲ ਕਰ ਦਿੱਤੀਆਂ ਜਾਂਦੀਆਂ ਨੇ, SIT ਐਕਸ਼ਨ ਵਿੱਚ ਆ ਜਾਂਦੀ ਹੈ। ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਕਿ ਇਹ ਖਾਲਿਸਤਾਨ ਦਾ ਮੁੱਦਾ ਚੱਕਦਾ ਕੌਣ ਹੈ ਤੇ ਕਿਹਨੂੰ ਇਹਦਾ ਫਾਇਦਾ ਹੈਗਾ। ਪਰ ਸਵਾਲ ਇਹ ਹੈਗਾ ਕਿ ਪੰਜਾਬ ਦੀ ਗੱਲ ਕਰਨ ਵਾਲੇ ਹੁਣ ਪਹਾੜਾਂ ਤੱਕ ਕਿਉਂ ਜਾ ਰਹੇ ਹੈ। ਸਵਾਲ ਇਹ ਵੀ ਹੋਣਾ ਚਾਹੀਦਾ ਹੈ ਮੈਦਾਨਾਂ ਤੋਂ ਪਹਾੜਾਂ ਤੱਕ ਇਹ ਖਾਲਿਸਤਾਨ ਦਾ ਨਾਰਾ ਕਿਉਂ ਗੂੰਜਦਾ ਪਿਆ। ਬਹੁਤ ਸਾਰੇ ਸਵਾਲ ਹੈ। ਇਸ ਸਾਰੇ ਸਵਾਲਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਵੱਡਾ ਸਵਾਲ ਇਹੀ ਪੁੱਛਾਂਗੇ, ਕਿਉਂ ਵੱਧ ਰਿਹਾ ਖਾਲਿਸਤਾਨ ਦਾ ਖਿਲਾਰਾ। ਹਿਮਾਚਲ ਵਿਧਾਨ ਸਭਾ ਧਰਮਸ਼ਾਲਾ ਦੇ ਗੇਟ ਤੇ ਬਾਹਰ ਖਾਲਿਸਤਾਨ ਦੇ ਝੰਡੇ ਲੱਗੇ ਆ, ਉਹਦੇ ਵਿੱਚ ਡੰਡੇ ਕਹਿੰਦੇ ਸੀਗੇ। ਇਹ ਸਵਾਲ ਆਪਣੇ ਵਿੱਚ ਵੱਡਾ ਹੈਗਾ, ਪਰ ਮੁੱਖ ਮੰਤਰੀ ਹਿਮਾਚਲ ਪ੍ਰदेश जयराम ठाकुर बहुत चिंतित नजर आए तो उन्होंने फटाफट एक्शन ले लिया। की कह रहे हैं, सुन लिए। सरकार ने इस घटना को बहुत गंभीरता से लिया है और पहले बातें सुनने को मिलती थी, लेकिन अब व्यवहारिक रूप से उनने इस प्रकार से इस घटना को अंजाम दिया है और इसको सीरियसली लेना भी चाहिए। हमने केंद्र में भी इस सिलसिले में बातचीत की है और वहाँ से भी इस सारे विषय को लेकर के ये जानकारियाँ हासिल की जा रही है कि इसके पीछे कौन हो सकता है। लेकिन विशेष तौर से मैं इतना ज़रूर कहना चाहता हूँ कि हिमाचल प्रदेश में हमने SIT कॉन्स्टिट्यूट की है और SIT कॉन्स्टिट्यूट करने के बाद सारे इन्वेस्टिगेशन की प्रोसेस आगे बढ़ी हुई है और इसके साथ साथ में जो पूरे हिमाचल प्रदेश को जो अलर्ट की दृष्टि से हमने जो एक नया कदम उठाया है, तो उसमें जो ख़ास तौर से जो हमारा हिमाचल के साथ बॉर्डर है उसमें सर्विलेंस बढ़ाने के लिए, ताकि हम सारी चीज़ों को इस प्रकार से दोबारा घटित होने से रोक सकें। ये झंडे आम आदमी पार्टी दी जन सभा दे विच भेजे गए सी ते अज लगे आ वो हिमाचल प्रदेश दी असैंबली दे उत्ते। मसला पंजाब दी आजादी दा है। वोटां पहला लंडन च, जनेवा ते अज इटली दे विच हो रहीआं। इदां ही वोटां दुनिया भर दे विच होणगीआं, पर मसला पंजाब दी आजादी दा है। पूरा पंजाब वेख रहा है कि खालिस्तान रेफरेंडम दीआं वोटां पंजाब च कदों पैणगीआं। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ ਕਿ ਦੇਸ਼ 'ਚ ਖਾਲਿਸਤਾਨ ਨੂੰ ਹੁਲਾਰਾ ਦੇਣ ਵਾਲਿਆਂ ਦਾ ਅਸਲ 'ਚ ਟਾਰਗੇਟ ਕੀ ਹੈ। ਇਸੇ ਸਵਾਲ ਤੇ ਬਹਿਸ ਹੋਈ। ਜਿਹੜਾ ਪੈਨਲ ਸਾਡੇ ਨਾਲ ਹੈ ਉਹ ਤੁਹਾਡਾ ਤਾਰਫ ਕਰਾਉਂਦੇ ਆ। ਬਿਨਾਂ ਸਿਆਸਤ ਤੋਂ ਇਹ ਪੈਨਲ ਅਸੀਂ ਸੱਦਿਆ। ਵਿਕਰਮਜੀਤ ਸਿੰਘ ਸੀਨੀਅਰ ਜਰਨਲਿਸਟ ਨੇ। ਵਿਕਰਮਜੀਤ ਸਿੰਘ ਹਰਨ ਨੇ ਕਰਗਿਲ ਵਾਰ ਤੋਂ ਲੈ ਕੇ ਹੋਰ ਜਿਹੜੀਆਂ ਸਰਹੱਦੀ ਸੁਰੱਖਿਆ ਦੇ ਮਾਮਲੇ ਉਹਨਾਂ ਨੂੰ ਚੰਗੀ ਤਰ੍ਹਾਂ ਕਵਰ ਕੀਤਾ ਤੇ ਲੰਬਾ ਤਜਰਬਾ ਇਹਨਾਂ ਦਾ ਹੈਗਾ। ਵਿਕਰਮਜੀਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਸ਼ਸ਼ੀਕਾਂਤ ਸਾਬਕਾ DGP ਨੇ, ਪੰਜਾਬ ਦੀਆਂ ਜੇਲ੍ਹਾਂ ਨੂੰ ਇਹਨਾਂ ਨੇ ਚੰਗੀ ਤਰ੍ਹਾਂ ਦੇਖਿਆ ਹੈਗਾ ਤੇ ਇਹਨਾਂ ਨੂੰ ਇਹ ਵੀ ਪਤਾ ਹੈਗਾ ਕਿ ਇਹ ਖਾਲਿਸਤਾਨ ਦਾ ਮੁੱਦਾ ਕਦੋਂ ਚੁੱਕਿਆ ਜਾਂਦਾ ਤੇ ਇਸ ਪਿੱਛੇ ਕੌਣ ਹੁੰਦਾ ਹੈ। ਸ਼ਸ਼ੀਕਾਂਤ ਜਿਹੜੀਆਂ ਦੇਸ਼ ਦੀਆਂ ਵੱਡੀਆਂ ਏਜੰਸੀਆਂ ਹੈਗੀਆਂ ਉਹਨਾਂ ਵਿੱਚ ਕੰਮ ਕਰ ਚੁੱਕੇ ਆ ਤੇ ਪ੍ਰਧਾਨ ਮੰਤਰੀ ਆਫਿਸ ਤੱਕ ਇਹ ਕੰਮ ਕਰ ਚੁੱਕੇ। ਇਸ ਕਰਕੇ ਨੂੰ ਸੱਦਿਆ। ਸ਼ਸ਼ੀਕਾਂਤ ਜੀ, ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਮੁਹੰਮਦ ਖਾਲਿਦ ਪੋਲੀਟੀਕਲ ਐਨਲਿਸਟ ਨੇ। ਡਾਕਟਰ ਮੁਹੰਮਦ ਖਾਲਿਦ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਤਿਆਰ ਕਰਦੇ ਆ, ਬਹੁਤ ਰਿਸਰਚ ਪੇਪਰ ਇਹਨਾਂ ਲਿਖਿਆ, ਬੜਿਆ ਇਹਨਾਂ ਨੂੰ ਸਮਝ ਹੈ ਕੀ ਹੈ ਕਿ ਇੰਟਰਨੈਸ਼ਨਲ ਪੋਲਿਟਿਕਸ ਕੀ ਕਹਿੰਦੀ ਹੈ ਤੇ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਇਹ ਏਜੰਡੇ ਕਿੰਨੇ ਕੰਮ ਕਰਦੇ ਤੇ ਜਦੋਂ ਇਹਨਾਂ 'ਤੇ ਕਾਰਵਾਈਆਂ ਦੀ ਗੱਲ ਹੁੰਦੀ ਆ ਉਦੋਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਜਾਂ 4 ਦੇਸ਼ਾਂ ਦੀਆਂ ਸਰਕਾਰਾਂ ਜਾਂ 5 ਦੇਸ਼ਾਂ ਦੀਆਂ ਸਰਕਾਰਾਂ ਕਿਸ ਤਰੀਕੇ ਨਾਲ ਕੰਮ ਕਰਦੀਆਂ ਉਹ ਡਾਕਟਰ ਖਾਲਿਦ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਰੇ ਕਹਿੰਦੇ ਆ ਇਹ ਬਾਹਰੋਂ ਚਲਾਇਆ ਜਾ ਰਿਹਾ ਏਜੰਡਾ। ਇੱਥੇ ਕੌਣ ਹੈਗਾ, ਸਵਾਲ ਇਹੀ ਹੈ। ਡਾਕਟਰ ਮੁਹੰਮਦ ਖਾਲਿਦ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਵਿਕਰਮਜੀਤ ਤੁਹਾਨੂੰ ਕਰਨਾ ਚਾਹੂੰਗਾ। ਵਿਕਰਮਜੀਤ, ਇੱਕ ਪੱਤਰਕਾਰ ਜਦੋਂ ਇਸ ਮੁੱਦੇ ਨੂੰ ਕਵਰ ਕਰਦਾ ਤੇ ਇਸ ਮੁੱਦੇ ਨੂੰ ਸਮਝਦਾ, ਝੰਡੇ ਲੱਗਣ ਨਾਲ, ਗੇਟ ਤੇ ਲਿਖਣ ਨਾਲ ਕਿਹੜਾ ਤੂਫਾਨ ਪੈਦਾ ਹੋ ਗਿਆ ਕਿ ਸਰਹੱਦਾਂ ਸੀਲ ਹੋ ਗਈਆਂ। ਵਿਕਰਮ ਸਿੰਘ, ਮੈਨੂੰ ਇਹ ਸਮਝ ਘੱਟ ਆ ਰਿਹਾ, ਕਿਉਂਕਿ ਸਮਝ ਇਸ ਲਈ ਮੈਂ ਸਮਝਣਾ ਚਾਹ ਰਿਹਾ ਕਿਉਂਕਿ ਹੁਣ ਸਾਰੇ ਹਿਮਾਚਲ ਹੀ ਜਾਣਾ ਚਾਹੁੰਦੇ, ਕਹਿੰਦੇ ਮੌਸਮ ਖੂਬਸੂਰਤ ਹੈ ਉੱਥੇ ਸਰਹੱਦਾਂ ਸੀਲ ਹੈ। देखो आई थिंक KP एज अ जर्नलिस्ट जो मैनू सब तो वड्डी चीज़ स्ट्राइक की है
ਕਿ ਹਿਮਾਚਲ ਅਸੈਂਬਲੀ ਵਿੱਚ ਨਾ ਤਾਂ ਕੋਈ ਸੀਸੀਟੀਵੀ ਕੈਮਰਾ ਸੀਗੇ, ਨਾ ਉੱਥੇ ਕੋਈ ਸਿਕਿਉਰਿਟੀ ਗਾਰਡ ਸੀਗਾ। ਸੋ ਕੁਐਸਚਨ ਇਹ ਉੱਠਦਾ ਹੈ ਕਿ ਜਿਹੜੇ ਸੋ ਕਾਲਡ ਟੂਰਿਸਟ ਜਾਂ ਜਿੰਨੇ ਵੀ ਜਾ ਕੇ ਉੱਥੇ ਫਲੈਗਸ ਲਾਏ ਨੇ ਤੇ ਪੇਂਟ ਵੀ ਕੀਤਾ ਹੈ, ਖਾਲਿਸਤਾਨ ਉੱਥੇ ਪੇਂਟ ਵੀ ਕੀਤਾ ਹੈ, ਉਹਨੂੰ ਇਹ ਕਿੱਥੋਂ ਨੌਲੇਜ ਮਿਲੀ ਕਿ ਨਾ ਉੱਥੇ ਸੀਸੀਟੀਵੀ ਕੈਮਰਾਜ਼ ਨੇ ਅਸੈਂਬਲੀ ਪ੍ਰੈਮਿਸਿਸ ਵਿੱਚ, ਨਾ ਉੱਥੇ ਕੋਈ ਸਿਕਿਉਰਿਟੀ ਗਾਰਡ। ਸੋ ਦੈਟ ਸਟਰਕ ਮੀ ਐਜ਼ ਅ ਵੈਰੀ ਫੰਡਾਮੈਂਟਲ ਪੁਆਇੰਟ ਕਿ ਸਿਕਿਉਰਿਟੀ ਲੈਪਸ ਤਾਂ ਹੈਗਾ ਹੀ ਹੈ। ਨਹੀਂ ਵਿਕਰਮ ਜੀ, ਇਹਨੂੰ ਇਸ ਤਰੀਕੇ ਸਮਝ ਆ ਸਕਦਾ, ਬੜਾ ਕੂਲ ਏਰੀਆ ਹੈਗਾ ਹਿਮਾਚਲ, ਉੱਥੇ ਜ਼ਿਆਦਾ ਸੁਰੱਖਿਆ ਦੀ ਜ਼ਰੂਰਤ ਨਹੀਂ ਪੈਂਦੀ, ਇਸ ਨੂੰ ਇਸ ਤਰੀਕੇ ਸਮਝਿਆ ਸਕਦਾ। ਔਨ ਦਾ ਵਨ ਹੈਂਡ ਯੂ ਆਰ ਸੇਇੰਗ ਕਿ ਅਸੀਂ ਪੂਰੀ ਹੁਣ ਸਟੇਟ ਬਾਰਡਰ ਸੀਲ ਕਰਤਾ ਹੈ, ਅਸੀਂ ਹੋਟਲ ਸਾਰੇ ਚੈੱਕ ਕਰਵਾ ਰਹੇ ਹਾਂ, ਫੀਲਡ ਪੁਲਿਸ ਨੂੰ ਹਾਈ ਅਲਰਟ ਤੇ ਕਰਤਾ ਹੈ, ਠੀਕ ਹੈ। ਦੂਜਾ ਸੀਐਮ ਸਾਹਿਬ ਬੋਲੀ ਜਾ ਰਹੇ ਨੇ ਜੀ ਕਿ ਬਾਰਡਰ ਤੋਂ ਥ੍ਰੈਟ ਨਾ ਆਏ, ਬਾਰਡਰ ਤੋਂ ਥ੍ਰੈਟ ਨਾ ਆਏ। ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਚੀਜ਼ ਹੈ ਇਹਦੇ ਵਿੱਚ ਨੈਰੇਟਿਵ ਬਿਲਡਿੰਗ ਹੋ ਰਹੀ ਹੈ, ਇੱਕ ਹਾਈਪ ਕ੍ਰੀਏਟ ਹੋ ਰਹੀ ਹੈ। ਜਲਦੀ ਨਹੀਂ ਤੁਸੀਂ ਉਸ ਨਿਸ਼ਾਨੇ ਤੇ ਪਹੁੰਚ ਗਏ ਹੋ? ਨਹੀਂ, ਮੈਂ ਪਹੁੰਚ ਗਿਆ ਬਿਕੋਜ਼ ਆਈ ਥਿੰਕ the viewer is also realizing ਕਿ there is something very strange, ਜਿਸ ਤੋਂ ਕਹਿੰਦੇ ਨਾ ਬੜੀ ਨਿਰਾਲੀ ਜੀ ਚੀਜ਼ ਹੋ ਰਹੀ ਹੈ ਕਿ ਇੱਕ ਅਸੈਂਬਲੀ ਪ੍ਰੈਮਿਸਿਸ ਤੇ ਜਾ ਕੇ ਓਪਨਲੀ ਖਾਲਿਸਤਾਨ ਦੇ ਬੈਨਰਸ ਡ੍ਰੇਪ ਕਰਕੇ ਲਿਖ ਕੇ ਲੋਕ ਚਲੇ ਜਾਂਦੇ ਨੇ। ਸਭ ਤੋਂ ਵੱਡਾ ਪੁਆਇੰਟ ਅਸੀਂ ਨੋਟ ਕਰਨਾ ਹੈ ਕਿ ਹਿਮਾਚਲ ਵਿੱਚ ਅਸੈਂਬਲੀ ਇਲੈਕਸ਼ਨਸ ਇਨ ਲੈਸ ਦੈਨ 6 months ਨੇ, ਔਰ ਜਿਹੜੀ ਕਾਂਗਰਸ ਬੀਜੇਪੀ ਦੀ ਨਾਰਮਲ ਫਾਈਟ ਹੁੰਦੀ ਸੀ ਉਹਦੇ ਵਿੱਚ ਇੱਕ ਨਿਊ ਪਾਰਟੀ ਐਂਟਰ ਕਰ ਗਈ ਹੈ, ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਪੰਜਾਬ ਵੀ ਜਿੱਤੀ ਹੈ, ਚੰਡੀਗੜ੍ਹ ਦੇ ਇਲੈਕਸ਼ਨ ਵੀ ਜਿੱਤੀ ਹੈ। ਸੋ ਇਟ ਇਜ਼ ਬੀਇੰਗ ਟੇਕਨ ਸੀਰੀਅਸਲੀ। ਤੁਹਾਨੂੰ ਉਹ ਐਂਗਲ ਲੱਗਦਾ ਵਿੱਚ? ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹਦਾ ਜਿਹੜਾ ਸੋ ਕਾਲਡ ਇੰਨਾ ਹਾਈਪ ਕ੍ਰੀਏਟ ਹੋ ਰਹੀ ਹੈ, ਇਹ ਹੋ ਰਹੀ ਹੈ ਕਿ ਦੇਖੋ ਹੁਣ ਕੀ ਕਹਿ ਰਹੇ ਸੀਐਮ ਕਿ ਜਿਹੜਾ ਥ੍ਰੈਟ ਆ ਸਾਡੇ ਬਾਰਡਰ ਤੱਕ ਆ ਗਿਆ। ਇਹ ਕਲਾਸਿਕ ਸਲੋਗਨਸ ਹੁੰਦੇ ਨੇ ਕਿ ਥ੍ਰੈਟ ਇਜ਼ ਐਟ ਆਰ ਬਾਰਡਰ। ਮੈਂ ਤੁਹਾਡੇ ਕੋਲ ਆਉਂਗਾ ਵਿਕਰਮ ਜੀ। ਸ਼ਸ਼ੀਕਾਂਤ ਜੀ, ਮੈਨੂੰ ਐਂ ਲੱਗਦਾ ਵਿਕਰਮ ਜੀ ਇਹ ਕਹਿਣਾ ਚਾਹ ਰਿਹਾ ਕਿ ਪੰਜਾਬ ਵਿੱਚ ਝੰਡੇ ਲੱਗਣ ਤਾਂ ਕੋਈ ਗੱਲ ਨਹੀਂ, ਹਿਮਾਚਲ ਵਿੱਚ ਲੱਗੇ ਤਾਂ ਚੋਣਾਂ ਦਾ ਕਨੈਕਸ਼ਨ ਹੈ। ਸ਼ਸ਼ੀਕਾਂਤ ਜੀ, ਕਿਉਂਕਿ ਪੋਲੀਟੀਕਲ ਗੱਲਾਂ ਤੇ ਮੈਂ ਕਮੈਂਟ ਨਾ ਕਰਨਾ ਹੈਗਾ, ਨਾ ਕਰਾਂਗਾ। ਆਮ ਨਾਟ ਅ ਪੋਲੀਟੀਸ਼ੀਅਨ। ਗੱਲ ਮੈਂ ਇਹ ਕਹਾਂਗਾ ਕਿ ਕੁਝ ਐਂਟੀ ਨੈਸ਼ਨਲ ਐਲੀਮੈਂਟਸ ਜੋ ਵੀ ਹੈਗੇ ਨੇ ਜਿਨ੍ਹਾਂ ਨੂੰ ਆਇਡੈਂਟੀਫਾਈ ਕਰਨਾ ਚਾਹੀਦਾ ਹੈਗਾ, ਕੁਝ ਸਮਾਂ ਤੋਂ ਇਸ ਤਰ੍ਹਾਂ ਦੀ ਹਰਕਤਾਂ ਕਰ ਰਹੇ ਨੇ। ਪਹਿਲੇ ਜਦੋਂ ਕਿਸਾਨ ਦਿੱਲੀ ਬਾਰਡਰ ਤੇ ਬੈਠੇ ਹੋਏ ਸਨ ਉਸ ਵੇਲੇ ਉੱਥੇ ਝੰਡੇ ਆਏ। ਦੂਜਾ ਉਹਦੇ ਬਾਅਦ ਆਇਆ ਜਦੋਂ ਲੁਧਿਆਣੇ 'ਚ ਬਲਾਸਟ ਹੋਇਆ, ਉਹਦੇ ਬਾਅਦ ਖਾਲਿਸਤਾਨ ਦੀ ਗੱਲ ਆਈ। ਤੀਜਾ ਉਹਦੇ ਬਾਅਦ ਜਦੋਂ ਪਟਿਆਲੇ 'ਚ ਇਨਸੀਡੈਂਟ ਹੋਇਆ ਉਹਦੇ 'ਚ ਖਾਲਿਸਤਾਨ ਦੀ ਗੱਲ ਆਈ। ਔਰ ਉਹਦੇ ਬਾਅਦ ਜਦੋਂ ਕਰਨਾਲ ਦੇ ਵਿੱਚ ਬੰਦੇ ਫੜੇ ਗਏ ਉਹਦੇ 'ਚ ਖਾਲਿਸਤਾਨ ਦੀ ਗੱਲ ਆਈ। ਮੇਰੀ ਬੇਨਤੀ ਸਾਰਿਆਂ ਨੂੰ ਇਹ ਹੈਗਾ ਕਿ ਪੰਜਾਬੀਆਂ ਨੂੰ ਪਤਾ ਹੈਗਾ ਕੀ ਹੈਗਾ, ਖਾਲਿਸਤਾਨ ਨਾਂ ਦੀ ਨਾ ਕੋਈ ਇਸ ਤਰ੍ਹਾਂ ਦੀ ਡਿਮਾਂਡ ਹੈਗੀ ਹੈ ਪੰਜਾਬ 'ਚ, ਨਾ ਇਹਦੇ ਹੱਕ 'ਚ ਕੋਈ ਹੈਗਾ। ਹਾਂ, ਕੁਝ ਐਂਟੀ ਸੋਸ਼ਲ ਐਲੀਮੈਂਟਸ ਹੈਗੇ ਨੇ, ਕੁਝ ਐਂਟੀ ਨੈਸ਼ਨਲ ਐਲੀਮੈਂਟਸ ਹੈਗੇ ਨੇ, ਮੈਨੂੰ ਨਹੀਂ ਪਤਾ ਕੌਣ ਹੈਗੇ ਨੇ। ਮੈਂ ਬੇਨਤੀ ਕਰਾਂਗਾ ਹਿਮਾਚਲ ਦੇ ਸੀਐਮ ਸਾਹਿਬ ਨੂੰ, ਪੰਜਾਬ ਦੇ ਸੀਐਮ ਸਾਹਿਬ ਨੂੰ, ਗਵਰਨਮੈਂਟ ਆਫ ਇੰਡੀਆ ਨੂੰ ਟੂ ਆਇਡੈਂਟੀਫਾਈ ਇਹ ਐਲੀਮੈਂਟਸ ਜਿਹੜੇ ਹੈਗੇ ਨੇ ਕੀ ਹੈਗੇ ਨੇ। ਨਾਲ ਇਹ ਵੀ ਕਹਾਂਗਾ ਕਿ ਵਿਦੇਸ਼ਾਂ ਤੋਂ ਜਿਹੜਾ ਥੋੜਾ ਬਹੁਤ ਪ੍ਰੋਪੇਗੈਂਡਾ ਹੁੰਦਾ ਰਹਿੰਦਾ ਹੈਗਾ, ਜਿਸ ਤਰ੍ਹਾਂ ਕਿ ਪਟਿਆਲੇ 'ਚ ਇਨਸੀਡੈਂਟ ਜਦੋਂ ਹੋਇਆ ਹੈਗਾ, ਪਰਵਾਨੇ ਨੇ ਜਦੋਂ ਆਪਣੇ ਵੀਡੀਓਜ਼ ਭੇਜੇ ਹੈਗੇ ਨੇ ਆਪਣੇ ਮਿੱਤਰਾਂ ਨੂੰ ਆਸਕਿੰਗ them to come to ਪਟਿਆਲਾ, ਔਰ ਨਾਲ ਉਹਨੇ ਕਿਹਾ ਕਿ April 29 ਦਾ ਸਿਗਨੀਫੀਕੈਂਸ ਕੀ ਹੈਗਾ, ਇਹ ਸਿਗਨੀਫੀਕੈਂਸ ਹੈਗਾ ਇਸ ਕਰਕੇ ਤੁਸੀਂ ਆਓ। ਇਹਦਾ ਮਤਲਬ ਹੈਗਾ ਕਿ ਇਸ ਤਰ੍ਹਾਂ ਦੇ ਕੁਝ ਅੰਸਰ ਹੈਗੇ ਨੇ ਜਿਹੜੇ ਕਿ ਉਸ ਆਈਡੀਓਲੋਜੀ ਤੋਂ ਹੁਣ ਵੀ ਪ੍ਰਭਾਵਿਤ ਹੈਗੇ ਨੇ। ਸਰ ਸ਼ਸ਼ੀਕਾਂਤ ਜੀ, ਆਪਾਂ ਜੇ ਇਸ ਨਜ਼ਰੀਏ ਨਾਲ ਇਸ ਨੂੰ ਸਮਝਣਾ ਹੈ, ਮੈਂ ਤੁਹਾਨੂੰ ਪਹਿਲਾਂ ਵੀ ਪੋਲੀਟੀਕਲ ਸਵਾਲ ਨਹੀਂ ਕੀਤਾ ਸੀ, ਹੁਣ ਵੀ ਨਹੀਂ ਕਰ ਰਿਹਾ। ਤੁਸੀਂ ਪਰਵਾਨੇ ਦਾ ਜ਼ਿਕਰ ਕੀਤਾ, ਪਰਵਾਨੇ ਤੋਂ ਪਹਿਲਾਂ ਹਰੀਸ਼ ਸਿੰਗਲਾ ਉੱਥੇ ਕੀ ਕਰ ਰਿਹਾ ਸੀਗਾ, ਉਹਦਾ ਜ਼ਿਕਰ ਹੀ ਨਹੀਂ ਹੋ ਰਿਹਾਗਾ। ਕਿਉਂ ਨਹੀਂ ਹੋ ਰਿਹਾਗਾ ਸ਼ਸ਼ੀਕਾਂਤ ਜੀ? ਪਰਵਾਨੇ ਨੇ 4 ਵਾਰੀ ਮੈਮੋਰੈਂਡਮ ਦਿੱਤਾ ਸੀਗਾ ਵੀ ਨਾ ਨਿਕਲੇ ਇੱਥੋਂ, ਇਹ ਧਰਨਾ ਪ੍ਰਦਰਸ਼ਨ ਨਾ ਨਿਕਲੇ, ਨਾ ਮਾਰਚ ਨਿਕਲੇ, ਉਹਦੀ ਕਿਤੇ ਚਰਚਾ ਨਹੀਂ ਸ਼ਸ਼ੀਕਾਂਤ ਜੀ? ਉਹਦੀ ਚਰਚਾ ਮੈਂ ਕਰਨ ਜਾ ਰਿਹਾ, ਮੈਂ ਆਪਣੇ ਲੇਖਾਂ 'ਚ ਵੀ ਲਿਖਿਆ ਹੈਗਾ। ਤੁਸੀਂ ਵਿਚਕਾਰ ਮੈਨੂੰ ਇੰਟਰਰਪਟ ਕੀਤਾ, ਵਰਨਾ ਉਹਦੇ 'ਚ ਵੀ ਆਂਦਾ। ਉਹਨੇ ਕੇਸ ਕਰਕੇ ਇਸ ਗੱਲ ਨੂੰ April 29 ਦਾ ਉਹਨੇ ਕਿਸ ਤਰ੍ਹਾਂ ਕੌਗਨੀਜ਼ੈਂਸ ਲਿੱਤਾ, ਉਹਦੇ ਪਿੱਛੇ ਕੌਣ ਸੀ ਜਿਹਨੇ ਕਿ ਉਹਨੂੰ ਇਨਸਾਈਟ ਕੀਤਾ। ਪੰਜਾਬ ਜਦੋਂ ਖਾਲਿਸਤਾਨ ਨਾਂ ਦੀ ਗੱਲ ਨਹੀਂ ਹੈਗੀ ਹੈ ਤੇ ਕਾਦਾ ਮਾਰਚ ਤੇ ਕਾਦੀ ਵਿਰੋਧੀ ਮਾਰਚ ਤੇ ਕਾਦਾ ਕੀ? ਆਬਵੀਅਸਲੀ ਐਂਟੀ ਸੋਸ਼ਲ ਐਲੀਮੈਂਟਸ ਇਸ ਪਾਸੇ ਵੀ ਹੈਗੇ ਨੇ, ਉਸ ਪਾਸੇ ਵੀ ਹੈਗੇ ਨੇ, ਜਿਹੜੇ ਆਪਣੇ ਜਿਹੜੇ ਵੀ ਲਿਮਿਟਡ ਉਹਨਾਂ ਦੇ ਟੀਚੇ ਹੈਗੇ ਨੇ ਉਹਨਾਂ ਨੂੰ ਪੂਰਨ ਕਰਨ ਲਈ ਪੂਰੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸ਼ਸ਼ੀਕਾਂਤ ਜੀ, ਹਿਮਾਚਲ 'ਚ ਇਸ ਤੋਂ ਪਹਿਲਾਂ ਝੰਡੇ ਲੱਗੇ ਸੀ ਕਦੇ? ਹਿਮਾਚਲ 'ਚ ਇਸ ਤਰ੍ਹਾਂ ਦੇ ਝੰਡੇ ਕਦੇ ਨਹੀਂ ਲੱਗੇ ਸਰ, ਪਰ ਮੈਂ ਤੁਹਾਡਾ ਇੱਕ ਧਿਆਨ ਲਿਜਾਣਾ ਚਾਹੁੰਦਾ ਹੈਗਾ, ਜਿਹੜਾ ਮੈਂ ਆਈਡੀਓਲੋਜੀਕਲ ਜਿਹੜਾ ਇੰਡੋਕਟ੍ਰਿਨੇਸ਼ਨ ਦੀ ਗੱਲ ਕਰ ਰਿਹਾ ਹੈਗਾ। ਪੰਨੂ ਜਿਹੜਾ ਬਾਹਰ ਬੈਠਾ ਹੈ ਉਹਦੇ ਵੀ ਸਟੇਟਮੈਂਟ ਆਏ ਸਨ ਕੁਝ ਸਮਾਂ ਪਹਿਲੇ ਕਿ ਅਸੀਂ ਹਿਮਾਚਲ ਦੇ ਵਿੱਚ ਝੰਡੇ ਲਹਿਰਾ ਦਿਆਂਗੇ। ਠੀਕ ਹੈ, ਮੈਂ ਨਹੀਂ ਕਹਿੰਦਾ ਕਿੰਨੇ ਲਹਿਰਾਏ ਹੈਗੇ ਨੇ, ਦੈਟ ਇਜ਼ ਦ ਸਬਜੈਕਟ ਆਫ ਇਨਵੈਸਟੀਗੇਸ਼ਨ, ਪਰ
ਉਹ ਜਦੋਂ ਉਹਨੇ ਇਹ ਕਿਹਾ, ਔਰ ਮੈਂ ਆਪਣੇ ਲੇਖਾਂ 'ਚ ਲਗਾਤਾਰ ਕਹਿ ਰਹੇ ਹਾਂ, ਆਪਣੀ ਸਪੀਚਸ ਤੇ ਲਗਾਤਾਰ ਕਹਿ ਰਹੇ ਹਾਂ, ਆਪਣਾ ਟੀਵੀ ਇੰਟਰਵਿਊਜ਼ ਦੇ ਵਿੱਚ ਸਾਰੇ ਕਹਿ ਰਹੇ, ਨੈਸ਼ਨਲ ਇੰਟਰਨੈਸ਼ਨਲ, ਇਹ ਸਮਾਂ ਹੈਗਾ ਜਦੋਂ ਕਿ ਪੰਨੂ ਜੈਸਾ ਬੰਦੇ ਹੈਗੇ, ਉਹਨਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈਗਾ। ਯੂ ਕਾਂਟ ਟੇਕ them, ਇਗਨੋਰ them all the time। ਚਲੋ ਮੈਂ ਇੱਕ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ ਡਾਕਟਰ ਮੁਹੰਮਦ ਖਾਲਿਦ ਕੋਲ ਜਾਵਾਂਗੇ, ਕਿਉਂਕਿ ਇਹਦੇ ਵਿੱਚ ਜਦੋਂ ਪੋਲਿਟਿਕਸ ਦੀ ਗੱਲ ਹੁੰਦੀ ਹੈ ਤੇ ਉਸ ਪੋਲੀਟੀਕਲ ਜਮਾਤ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਹੜੀ ਪੋਲਿਟਿਕਸ ਜਿਹੜੀ ਚਾਹੁੰਦੀ ਹੈ ਝੰਡੇ ਲੱਗਣ ਤੇ ਡੰਡੇ ਆ ਜਿਹੜੇ ਕਿਸੇ ਹੋਰ ਦੇ, ਹੁਣ ਪਤਾ ਨਹੀਂ ਡੰਡੇ ਝੰਡਿਆਂ ਦਾ ਮਸਲਾ ਹੈ ਕੀ ਹੈ, ਤੇ ਖਾਲਿਸਤਾਨ ਦੇ ਝੰਡੇ ਲੱਗਣ ਦੇ ਨਾਲ ਕਿਹੜੀ ਥ੍ਰੈਟ ਆ ਜਾਂਦੀ ਹੈ, ਸਵਾਲ ਇਹ ਵੀ ਹੈ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਦੇਸ਼ 'ਚ ਖਾਲਿਸਤਾਨ ਨੂੰ ਹੁਲਾਰਾ ਦੇਣ ਵਾਲਿਆਂ ਦਾ ਅਸਲ 'ਚ ਟਾਰਗੇਟ ਕੀ ਹੈ? ਡਾਕਟਰ ਮੁਹੰਮਦ ਖਾਲਿਦ, ਵੈਸੇ ਤੁਸੀਂ ਵੀ ਸੋਚਦੇ ਪਏ ਹੋਗੇ ਮੀਡੀਆ ਇਸ ਮੁੱਦੇ ਨੂੰ ਹਾਈਪ ਦੇਣ 'ਚ ਲੱਗਿਆ ਹੋਇਆ। ਸਰ ਮੇਰਾ ਏਜੰਡਾ ਇਹ ਨਹੀਂ ਹੈਗਾ ਕਿ ਇਸ ਮੁੱਦੇ ਨੂੰ ਹਾਈਪ ਦਿੱਤਾ ਜਾਵੇ, ਮੇਰਾ ਏਜੰਡਾ ਜਾਂ ਸਾਡੇ ਮੰਚ ਦਾ ਮਕਸਦ ਇਹ ਹੈਗਾ ਇਸ ਮੁੱਦੇ ਨੂੰ ਸਮਝਿਆ ਜਾਵੇ। ਡਾਕਟਰ ਮੁਹੰਮਦ ਖਾਲਿਦ, ਤੁਹਾਨੂੰ ਕੀ ਸਮਝ ਆਉਂਦਾ ਕਿ ਖਾਲਿਸਤਾਨ ਦਾ ਖਲਾਰਾ ਇੰਨਾ ਕਿਉਂ ਵਧਾਇਆ ਜਾ ਰਿਹਾ, ਜਦ ਕਿ ਅਸਲ ਵਿੱਚ ਤੁਸੀਂ ਸਾਰੇ ਲੋਕ ਕਹਿੰਦੇ ਹੋ ਖਾਲਿਸਤਾਨ ਦਾ ਰੌਲਾ ਕੋਈ ਹੈ ਨਹੀਂ, ਇਹਨੂੰ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਡਾਕਟਰ ਖਾਲਿਦ, ਦੇਖੋ ਇਦਾਂ ਜੀ, ਆਪਾਂ ਸਾਰੇ ਜਾਣਦੇ ਹਾਂ ਕਿ ਖਾਲਿਸਤਾਨ ਦੀ ਜਿਹੜੀ ਡਿਮਾਂਡ ਅੱਜ ਤੋਂ ਬਹੁਤ ਪਹਿਲਾਂ ਉੱਠੀ ਸੀਗੀ ਪੰਜਾਬ ਦੇ ਵਿੱਚ, ਉਹ ਡੈਡ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਕੋਈ ਵੀ ਵਿਅਕਤੀ, ਕੋਈ ਵੀ ਸੰਸਥਾ, ਕੋਈ ਵੀ ਆਰਗੇਨਾਈਜੇਸ਼ਨ ਐਸੀ ਨਹੀਂ ਹੈ ਜਿਹੜੀ ਕਿ ਖਾਲਿਸਤਾਨ ਦੀ ਗੱਲ ਕਰੇ। ਦੋ ਇਸ਼ੂਜ਼ ਐਸੇ ਹੈ ਜਿਹੜੇ ਕਿ ਸਾਹਮਣੇ ਆਉਂਦੇ ਆ ਬਾਰ-ਬਾਰ। ਇੱਕ ਤਾਂ ਸਿੱਖ ਫॉर ਜਸਟਿਸ ਹੈ, ਜਿਹੜੇ ਕਿ ਰੈਫਰੈਂਡਮ 2020 ਦੀ ਗੱਲ ਕਰਦੇ ਸੀਗੇ, ਔਰ ਹੁਣ ਵੀ ਉਹਨਾਂ ਨੇ ਕਿਹਾ ਕਿ ਜੀ ਅਸੀਂ ਖਾਲਿਸਤਾਨ ਦਾ ਉਹ ਕਰਾਂਗੇ। ਇੱਥੇ ਪੰਜਾਬ ਦੇ ਵਿੱਚ ਕੁਝ ਨਹੀਂ ਹੋਇਆ, ਇੰਡੀਆ ਦੇ ਵਿੱਚ ਕੋਈ ਡੈਕਲੇਰੇਸ਼ਨ ਨਹੀਂ ਹੋਈ, ਲੇਕਿਨ ਕੁਝ ਬੰਦਿਆਂ ਨੇ ਪਟਿਆਲੇ ਦੇ ਵਿੱਚ ਉਹਦੇ ਅਗੇਂਸਟ ਜਿਹੜੀ ਸੀਗੀ ਇਹ ਸਾਰਾ ਕੁਝ ਕੀਤਾ, ਜਿਹੜਾ ਕਿ ਆਪਾਂ ਨੇ ਦੇਖਿਆ ਕਿ ਜਿਸ ਤਰ੍ਹਾਂ ਮਾਹੌਲ ਪਟਿਆਲੇ ਦੇ ਵਿੱਚ ਖਰਾਬ ਹੋਇਆ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜਾ ਇਹ ਬਾਰ-ਬਾਰ ਕਿਸੇ ਨਾ ਕਿਸੇ ਜਗ੍ਹਾ ਕੋਈ ਝੰਡਾ ਲਹਿਰਾ ਦੇਣਾ, ਕਿਸੇ ਜਗ੍ਹਾ ਲਿਖ ਦੇਣਾ ਕੰਧ ਦੇ ਉੱਪਰ ਖਾਲਿਸਤਾਨ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਕਿ ਹੁਣ ਵੀ ਆਪਾਂ ਕਹਿ ਰਹੇ ਹਾਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨੂੰ ਦੋ ਤਰੀਕਿਆਂ ਨਾਲ ਦੇਖਿਆ ਜਾ ਸਕਦਾ ਹੈ। ਨੰਬਰ 1, ਉਹ ਐਂਟੀ ਸੋਸ਼ਲ ਐਲੀਮੈਂਟ ਜਿਹੜੇ ਇਸ ਇਸ਼ੂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਗਰੂਕ ਰੱਖਣਾ ਚਾਹੁੰਦੇ ਆ। ਦੂਸਰੇ ਹੈਗਾ ਕਿ ਪੋਲੀਟੀਕਲ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਈ ਪੋਲੀਟੀਕਲ ਪਾਰਟੀਆਂ ਵੱਲੋਂ। ਫॉर एग्जांपल, जिस वेले इलेक्शन होता है, कई पॉलिटिकल पार्टीज पोलराइजेशन दी पॉलिटिक्स करती हैं। वो पोलराइजेशन दे नाल की होता है, तुसी अपना वोट बैंक जिहड़ा हैगा उहनूं कंसोलीडेट करन दी कोशिश करदे हो। आपां बंगाल दे इलेक्शन च भी देखिआ है, आपां यूपी दे इलेक्शन च भी देखिआ है। मैं तुहानूं दसदा कि खालिस्तान दा मसला या खालिस्तान दी गल या खालिस्तान कंधां दे गल्लां पंजाब दे विच तां फिर भी चलो रेलेवेंट है, कोई ना कोई एलिमेंट हो सकदा, लेकिन हिमाचल दे विच ਇਹ ਗੱਲ ਕਰਨੀ ਜਿਹੜੀ ਕਿ ਵਿਚ ਇਜ਼ ਵੈਰੀ ਅਨਪ੍ਰੈਸੀਡੈਂਟਡ, ਔਰ ਜਿਹਦਾ ਉੱਥੇ ਕੋਈ ਲੈਣਾ ਦੇਣਾ ਹੀ ਨਹੀਂ ਹੈ। ਜਾਂ ਤੁਸੀਂ ਖਾਲਿਸਤਾਨ ਦੀ ਗੱਲ ਜਾ ਕੇ ਬੰਗਾਲ ਦੇ ਵਿੱਚ ਕਰੋ ਜਾਂ ਝਾਰਖੰਡ ਦੇ ਵਿੱਚ ਕਰੋ, ਇਹ ਤਾਂ ਉਹੀ ਗੱਲ ਹੈਗੀ ਹੈ। ਇਹਦਾ ਮਤਲਬ ਹੈਗਾ ਕਿਤੇ ਨਾ ਕਿਤੇ ਕੇਪੀ ਜੀ, ਇਹ ਇਲੈਕਸ਼ਨ ਜਿਹੜਾ ਆ ਰਿਹਾ, ਜਿਵੇਂ ਕਿ ਵਿਕਰਮਜੀਤ ਜੀ ਨੇ ਵੀ ਕਿਹਾ, ਇਲੈਕਸ਼ਨ ਦੇ ਨਾਲ ਆਪਾਂ ਇਹਨੂੰ ਡੈਫੀਨਿਟਲੀ ਕਨੈਕਟ ਕਰਕੇ ਚੱਲਾਂਗੇ ਕਿ ਕਿਸੇ ਤਰੀਕੇ ਦਾ ਇੱਕ ਨੈਰੇਟਿਵ ਸੈੱਟ ਤੇ ਕੀਤਾ ਜਾਵੇ ਤਾਂ ਕਿ ਨੈਰੇਟਿਵ ਕਿਹੜਾ ਖਾਲਿਦ ਸਾਹਿਬ, ਨੈਰੇਟਿਵ ਕਿਹੜਾ? ਨੈਸ਼ਨਲਿਜ਼ਮ ਦਾ ਨੈਰੇਟਿਵ ਹੈ? ਨਹੀਂ ਜੀ, ਇਹ ਨੈਸ਼ਨਲਿਜ਼ਮ ਦਾ ਨਹੀਂ। ਹਾਂ, ਇੱਕ ਤਾਂ ਹੁੰਦਾ ਹੈ ਨੈਸ਼ਨਲਿਜ਼ਮ ਦੇ ਨੈਰੇਟਿਵ ਤੇ ਤੁਸੀਂ ਕੰਸੋਲੀਡੇਟ ਕਰਨਾ। ਦੂਸਰਾ ਹੈਗਾ ਕਿ ਤੁਸੀਂ ਡਰ ਦਿਖਾ ਕੇ ਉਸ ਚੀਜ਼ ਉਹਦੇ ਅਗੇਂਸਟ ਲੋਕਾਂ ਨੂੰ ਕੰਸੋਲੀਡੇਟ ਕਰਨਾ। ਮੈਨੂੰ ਲੱਗਦਾ ਹੈ ਕਿ ਜਿਹੜਾ ਹਾਲਾਂਕਿ ਪਤਾ ਨਹੀਂ ਕਿਹਨੇ ਲਿਖਵਾਇਆ, ਪਤਾ ਨਹੀਂ ਆਪ ਹੀ ਲਿਖਵਾ ਕੇ ਆਪ ਹੀ ਕੁਝ ਕੀਤਾ ਹੋਵੇ, ਨੋਬਡੀ ਕੈਨ ਸੇ, ਤਾਂ ਇਨਵੈਸਟੀਗੇਸ਼ਨ ਦੀ ਗੱਲ ਹੈ। ਐਟ ਦ ਸੇਮ ਟਾਈਮ ਇਸ ਤਰ੍ਹਾਂ ਦੀ ਚੀਜ਼ ਇੱਕ ਇਰਰੈਲੇਵੈਂਟ ਜਗ੍ਹਾ ਤੇ, ਉਸ ਜਗ੍ਹਾ ਤੇ ਦੇਖੋ, ਅਗਰ ਵਿਧਾਨ ਸਭਾ ਜਿਹੜੀ ਹੈਗੀ ਸ਼ਿਮਲੇ ਵਾਲੀ ਹੁੰਦੀ ਹਿਮਾਚਲ ਦੀ, ਉਹ ਇੱਕ ਗੱਲ ਸੀਗੀ, ਉੱਥੇ ਤਾਂ ਚਲੋ ਸੈਸ਼ਨਸ ਹੁੰਦੇ ਰਹਿੰਦੇ ਆ, ਉੱਥੇ ਕਦੇ ਕਦੇ ਉਹਦਾ ਇਸਤੇਮਾਲ ਹੁੰਦਾ ਹੈ। ਉੱਥੇ ਉਹਨਾਂ ਨੂੰ ਪਤਾ ਸੀਗਾ ਕਿ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਵਗੈਰਾ ਨਹੀਂ ਹੈ, ਉੱਥੇ ਲਿਖ ਕੇ ਭੱਜ ਲਓ ਰਾਤ ਨੂੰ 2 ਵਜੇ ਕਿਸੇ ਨੇ ਖਾਲਿਦ ਸਾਹਿਬ ਜਦੋਂ ਤੁਸੀਂ ਇਹ ਰਾਜਨੀਤੀ ਦੀ ਗੱਲ ਕਰਦੇ ਹੋ ਖਾਲਿਦ ਸਾਹਿਬ, ਫਿਰ ਮੈਨੂੰ ਇੱਕ ਸਵਾਲ ਇਹ ਵੀ ਆਉਂਦਾ ਹੈ ਖਾਲਿਦ ਸਾਹਿਬ, ਉੱਥੇ ਹਿਮਾਚਲ 'ਚ ਬਹੁਤ ਵੱਡੇ ਮੁੱਦੇ ਇਸ ਵਕਤ ਨੌਕਰੀਆਂ ਦਾ ਰੁਜ਼ਗਾਰ ਲੋਕ ਮੰਗਦੇ ਪਏ ਆ, ਇਹੋ ਜਿਹੇ ਮੁੱਦੇ ਹੈਗੇ ਸਰ ਉੱਥੇ ਖਾਲਿਦ ਸਾਹਿਬ, ਉਹਨਾਂ ਮੁੱਦਿਆਂ ਨੂੰ ਠੱਲ ਪਾਉਣ ਦੇ ਲਈ ਇਹ ਸਭ ਕੁਝ ਤਾਂ ਨਹੀਂ ਕੀਤਾ ਜਾ ਰਿਹਾ ਜਿੰਦੇ ਵੱਲੋਂ ਵੀ ਕੀਤਾ ਜਾ ਰਿਹਾ? ਮੈਂ ਪਹਿਲਾਂ ਇਹ ਗੱਲ ਕਹਿਤੀ ਹੈ ਕਿ ਕੰਸੋਲੀਡੇਸ਼ਨ ਦੀ ਪੋਲਿਟਿਕਸ ਹੈ, ਵੋਟ ਬੈਂਕ ਦੀ ਪੋਲਿਟਿਕਸ ਹੈ ਸਾਰੀ, ਹੋਰ ਕੋਈ ਪੋਲਿਟਿਕਸ ਨਹੀਂ ਹੈ ਇਹਦੇ ਵਿੱਚ। ਹਿਮਾਚਲ ਦੇ ਵਿੱਚ ਬੜੇ ਮੁੱਦੇ, ਹਰ ਜਗ੍ਹਾ ਬਹੁਤ ਮੁੱਦੇ ਹੈ, ਲੇਕਿਨ ਤੁਸੀਂ ਉਹਨਾਂ ਮੁੱਦਿਆਂ ਨੂੰ ਉੱਪਰ ਚੱਕ ਕੇ ਰੱਖਣਾ ਹੈ ਜਿਹਦੇ ਵਿੱਚ ਤੁਸੀਂ ਇੱਕ ਲੋਕਾਂ ਦੇ ਵਿੱਚ ਇੱਕ ਅਜੀਬ ਕਿਸਮ ਦਾ ਨੈਰੇਟਿਵ ਜਿਹੜਾ ਹੈਗਾ ਜਾਂ ਇੱਕ ਡਿਬੇਟ ਕ੍ਰੀਏਟ ਕਰੋ,
ਉਸ ਡਿਬੇਟ ਦੇ ਬਾਅਦ ਤੁਸੀਂ ਕਹੋ ਜੀ ਬਹੁਤ ਜ਼ਿਆਦਾ ਖਤਰਾ ਹੋ ਗਿਆ, ਬਹੁਤ ਜ਼ਿਆਦਾ ਇਸ ਕਰਕੇ ਆਪਾਂ ਜਿਹੜੀ ਹੈਗੀ ਹੈ ਇਸ ਚੀਜ਼ ਨੂੰ ਅੱਗੇ ਲੈ ਕੇ ਜਾਈਏ ਜਾਂ ਇਸ ਚੀਜ਼ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰੀਏ, ਉਹਦੇ ਨਾਲ ਪੋਲੀਟੀਕਲ ਪਾਰਟੀਆਂ ਇਕੱਠੀਆਂ ਆਪਣੇ ਕੇਡਰ ਨੂੰ ਖਾਲਿਦ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ। ਖਾਲਿਦ ਸਾਹਿਬ, ਇਸ ਇਸ਼ੂ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ, ਡਿਬੇਟ ਬੰਦ ਕਰਨਾ। ਮੈਂ ਕਿਹਾ ਜੀ ਇਸ ਇਸ਼ੂ ਨੂੰ ਬਿਲਕੁਲ ਵੀ ਸੀਰੀਅਸ ਨਹੀਂ ਲੈਣਾ ਚਾਹੀਦਾ, ਕਿਉਂਕਿ ਇਹ ਇੱਕ ਸ਼ਰਾਰਤੀ ਅਨਸਰ ਦੇ ਦਿਮਾਗ ਦੀ ਕਾਢ ਹੈ। ਗਰਾਊਂਡ ਦੇ ਉੱਪਰ ਖਾਲਿਸਤਾਨ ਦਾ ਨਾਂ ਦੀ ਕੋਈ ਚੀਜ਼ ਪੰਜਾਬ ਦੇ ਵਿੱਚ ਐਗਜ਼ਿਸਟ ਨਹੀਂ ਕਰਦੀ। ਖਾਲਿਦ ਸਾਹਿਬ, ਫਿਰ ਡਿਬੇਟ ਬੰਦ ਕਰਨਾ ਸਰ। ਜੈਰਾਮ ਠਾਕੁਰ ਤਾਂ ਬਹੁਤ ਸੀਰੀਅਸ ਹੋਏ ਪਏ ਆ। ਦੇਖੋ ਗੱਲ ਇਹ ਹੈਗੀ ਹੈ, ਜਿਸ ਵੇਲੇ ਤੁਸੀਂ ਇਹ ਗੱਲ ਜਿਸ ਵੇਲੇ ਚੀਫ ਮਿਨਿਸਟਰ ਇਹ ਗੱਲ ਕਹਿ ਰਿਹਾ ਹੈ ਜਾਂ ਹੋਰ ਕੋਈ ਕਹਿ ਰਿਹਾ ਹੈ ਜਿਹੜਾ ਹਾਈਲੀ ਪਲੇਸਡ ਜਾਂ ਕਿਸੇ ਕਨਸਟੀਟਿਊਸ਼ਨਲ ਪੋਜੀਸ਼ਨ ਤੇ ਹੈ, ਤਾਂ ਡਿਬੇਟ ਤੁਸੀਂ ਕਰ ਰਹੇ ਹੋ, ਇਟਸ ਗੁੱਡ। ਲੇਕਿਨ ਐਟ ਦਾ ਸੇਮ ਟਾਈਮ ਮੈਂ ਇਹ ਗੱਲ ਡੈਫੀਨੇਟਲੀ ਕਹਾਂਗਾ ਕਿ ਖਾਲਿਸਤਾਨ ਨਾਂ ਦੀ ਕੋਈ ਚੀਜ਼ ਜ਼ਮੀਨ ਦੇ ਉੱਪਰ ਪੰਜਾਬ ਦੇ ਵਿੱਚ ਜਾਂ ਕਿਸੇ ਆਰਗੇਨਾਈਜੇਸ਼ਨ ਜਾਂ ਇੰਡੀਵਿਜੂਅਲ ਲਈ ਕੋਈ ਡਿਮਾਂਡ ਨਹੀਂ ਹੈ। ਸ਼ਸ਼ੀਕਾਂਤ ਜੀ, ਤੁਸੀਂ ਕਹਿ ਰਹੇ ਮਿਸਟਰ ਪੰਨੂ ਨੂੰ ਸੀਰੀਅਸ ਲਿਆ ਜਾਵੇ, ਖਾਲਿਦ ਸਾਹਿਬ ਕਹਿੰਦੇ ਇਸ ਮੁੱਦੇ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾਗਾ। ਸ਼ਸ਼ੀਕਾਂਤ ਜੀ, ਮੈਂ ਕਿੱਥੇ ਜਾਵਾਂ? ਮੈਂ ਸਮਝਦਾ ਹੈਗਾ ਕਿ ਇਹ ਮੁੱਦਾ ਜਿਹੜਾ ਹੈਗਾ ਇਹਨੂੰ ਸੀਰੀਅਸ ਦੋ ਤਰੀਕੇ ਨਾਲ ਲੈਣਾ ਚਾਹੀਦਾ ਹੈਗਾ। ਨੰਬਰ 1, ਇਸ ਤਰ੍ਹਾਂ ਦੇ ਬੰਦੇ ਜਿਹੜੇ ਕਿ ਉਸ ਸੋਸ਼ਲ ਮੀਡੀਆ ਦੇ ਜਿਹੜੇ ਰੌਲਾ ਪੈਂਦਾ ਹੈਗਾ ਉਹਦੇ ਨਾਲ ਆਈਡੀਓਲੋਜੀਕਲੀ ਇਨਫਲੂਐਂਸ ਹੋ ਰਹੇ ਹੈਗੇ ਨੇ, ਉਹਨਾਂ ਨੂੰ ਆਇਡੈਂਟੀਫਾਈ ਕਰਨਾ ਚਾਹੀਦਾ ਹੈਗਾ, ਕਿਉਂਕਿ ਆਉਣ ਵਾਲੇ ਸਮਾਂ ਦੇ ਵਿੱਚ ਉਹ ਥ੍ਰੈਟ ਹੋ ਸਕਦੇ ਨੇ। ਨੰਬਰ 1। ਨੰਬਰ 2, ਅੱਜ ਦੇ ਜ਼ਮਾਨੇ 'ਚ ਸੋਸ਼ਲ ਮੀਡੀਆ ਦੀ ਇੰਨੀ ਜ਼ਿਆਦਾ ਪਾਵਰ ਹੋ ਗਈ ਹੈਗੀ ਹੈ, ਕੋਈ ਚੰਗਿਆਂ ਨੂੰ ਘੁਮਾ ਕੇ ਰੱਖ ਦਿੰਦਾ ਹੈਗਾ। ਵੀ ਹੈਵ ਟੂ ਡੂ ਸਮਥਿੰਗ ਔਨ ਦਾ ਸੋਸ਼ਲ ਮੀਡੀਆ ਕਿ ਇਸ ਤਰ੍ਹਾਂ ਦਾ ਜਿਹੜਾ ਸੋਸ਼ਲ ਮੀਡੀਆ ਐਂਟੀ ਨੈਸ਼ਨਲ ਐਕਟੀਵਿਟੀਜ਼ ਨੂੰ ਪ੍ਰੋਵੋਕ ਕਰਦਾ ਹੈਗਾ, ਉਹਨੂੰ ਵੀ ਠੱਲ ਪਾਣੀ ਚਾਹੀਦੀ ਹੈ। ਠੀਕ। ਵਿਕਰਮਜੀਤ, ਮੈਂ ਬ੍ਰੇਕ ਲੈਣੀ। ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ। ਵਿਕਰਮਜੀਤ, ਝੰਡੇ ਲਾਉਣ ਨਾਲ, ਪੋਸਟਰ ਆਉਣ ਨਾਲ, ਨਾਰੇ ਲਾਉਣ ਨਾਲ ਜਿਹੜਾ ਸ਼ਸ਼ੀਕਾਂਤ ਜੀ ਕਹਿ ਰਹੇ ਆ ਕਿ ਸੋਸ਼ਲ ਮੀਡੀਆ ਦਾ ਜਿਹੜਾ ਇੰਪੈਕਟ ਪੈ ਰਿਹਾ ਹੈਗਾ, ਉਸ ਯੂਥ ਨੂੰ ਸਮਝਣ ਦੀ ਜ਼ਰੂਰਤ ਹੈ ਕੀ ਆ, ਉਹਦੇ ਪਿੱਛੇ ਕਿਹੜੇ ਸੈਂਟੀਮੈਂਟਸ ਕੰਮ ਕਰਦੇ ਪਏ ਆ, ਉਹਨੂੰ ਸਮਝਣ ਦੀ ਜ਼ਰੂਰਤ ਹੈ। ਵਿਕਰਮਜੀਤ, ਫਿਰ ਤਾਂ ਇਸ ਮੁੱਦੇ ਨੂੰ ਸੀਰੀਅਸ ਲੈਣਾ ਚਾਹੀਦਾ। नहीं, this मुद्दा should be taken seriously for one main reason कि it should be exposed कि किना लोगों ने काम किया। ਆਊਗਾ ਸਾਹਮਣੇ ਉਹ, Right? And I am not hopeful at all, given Why? the track record of terrorism narrative building in India, in which the police plays a big part. कि जी वो terrorism हो गया, इंसिडेंट होया जी, और रिंदा भी इन्वॉल्व है जी, वो भी इन्वॉल्व है, वो भी इन्वॉल्व है, इथों इंटरोगेट कर लिया जी, रोज अखबारां च आएगा जी, ਉਹਦੇ ਬਾਅਦ ਨਿਕਲਦਾ ਬੜਾ ਘੱਟ ਹੈ। ਯੂ ਟੇਕ ਦ ਐਗਜ਼ਾਮਪਲ ਆਫ ਮੌਰ ਮੰਡੀ ਬਲਾਸਟ ਬਿਫੋਰ ਪੰਜਾਬ ਅਸੈਂਬਲੀ ਇਲੈਕਸ਼ਨਸ। 4 दिन ਪਹਿਲਾਂ ਮੌਰ ਮੰਡੀ ਬਲਾਸਟ ਹੋਇਆ। ਕੌਣ ਸੀ ਪਰਪੇਟਰੇਟਰ? ਦੇਰਾ ਸੱਚਾ ਸੌਦਾ। ਕੋਈ ਬਾਹਰ ਦੀ ਇੰਟਰਫੇਰੈਂਸ ਸੀਗੀ ਉਹਦੇ ਵਿੱਚ? ਕੋਈ ਆਈਐਸਆਈ ਇਨਵੋਲਵ ਸੀ? ਨੋ। ਵਾਈ ਕੈਪਟਨ ਅਮਰਿੰਦਰ ਸਿੰਘ ਗਵਰਨਮੈਂਟ ਨੇ ਉਸ ਕੇਸ ਦੇ ਉੱਪਰ ਬੈਠ ਗਈ? ਕਿਉਂ ਗਗਨਦੀਪ ਸਿੰਘ ਰਿਟਾਇਰਡ ਪੁਲਿਸ ਇੰਸਪੈਕਟਰ ਜਾਂ ਸਸਪੈਂਡਡ, ਉਹਦੇ ਕੋਲ ਐਕਸਪਲੋਸਿਵਸ ਕਿੱਥੋਂ ਆ ਗਏ ਜੋ ਉਹਨੇ ਲੁਧਿਆਣਾ ਬੰਬ ਬਲਾਸਟ ਕੀਤਾ ਡਿਸਟ੍ਰਿਕਟ ਕੋਰਟਸ ਵਿੱਚ ਜਾ ਕੇ? ਇਜ਼ ਇਟ ਨਾਟ ਅ ਫੈਕਟ? ਔਰ ਸ਼ਸ਼ੀਕਾਂਤ ਜੀ ਨੂੰ ਪੁੱਛੋ ਕਿ ਇਹਨਾਂ ਦੇ ਐਸਐਚਓ ਤੇ ਰੇਡ ਜਦ ਪੈਂਦੀ ਹੈ ਤੇ 4-5 AK-47 ਰਾਈਫਲਸ ਮਿਲਦੀਆਂ ਨੇ ਵਿਚ ਆਰ ਅਨਅਕਾਊਂਟਡ ਫॉर। ਕਿਉਂ ਜਿਹੜੇ ਸਾਰੇ ਐਕਸਪਲੋਸਿਵਸ ਇਹਨਾਂ ਨੂੰ ਮਿਲਦੇ ਨੇ, ਜਿਹੜੇ ਆਉਂਦੇ ਨੇ, ਉਹ ਸਾਰੇ ਅਕਾਊਂਟ ਫॉर ਕਰਦੇ ਨੇ? ਚਲੋ, ਮੈਂ ਇਹ ਬਹੁਤ ਵੱਡਾ ਸਵਾਲ ਤੁਸੀਂ ਖੜਾ ਕਰਤਾ। ਮੈਂ ਸ਼ਸ਼ੀਕਾਂਤ ਜੀ ਕੋਲ ਵਾਪਸ ਆਊਂਗਾ। ਮੈਦਾਨ ਤੋਂ ਪਹਾੜਾਂ ਤੱਕ ਖਾਲਿਸਤਾਨ ਦਾ ਰੌਲਾ ਕਿਉਂ ਪੈ ਰਿਹਾ ਹੈਗਾ, ਤੇ ਇਹਦੇ ਪਿੱਛੇ ਕਿਹੜੀ ਸਿਆਸਤ ਹੈ ਉਹ ਕੰਮ ਕਰਦੀ ਪਈ ਹੈ, ਕਿਹੜੀ ਸਾਜ਼ਿਸ਼ ਹੈ ਉਹ ਕੰਮ ਕਰਦੀ ਪਈ ਹੈ। ਬਹੁਤ ਸਾਰੇ ਸਵਾਲ ਇਸ ਡਿਬੇਟ ਦੇ ਵਿੱਚ ਖੜੇ ਹੋ ਚੁੱਕੇ ਆ। ਵਾਪਸ ਆ ਕੇ ਹੋਰ ਸਵਾਲ ਲਵਾਂਗੇ ਜ਼ਰੂਰ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਦੇਸ਼ 'ਚ ਖਾਲਿਸਤਾਨ ਨੂੰ ਹੁਲਾਰਾ ਦੇਣ ਵਾਲਿਆਂ ਦਾ ਅਸਲ 'ਚ ਟਾਰਗੇਟ ਕੀ ਹੈ। ਸ਼ਸ਼ੀਕਾਂਤ ਜੀ, ਜਿਹੜਾ ਸਵਾਲ ਵਿਕਰਮਜੀਤ ਨੇ ਖੜਾ ਕੀਤਾ, ਤੁਸੀਂ ਇਸ ਸਵਾਲ ਨਾਲ ਸਹਿਮਤ ਹੋ? ਹਾਂ, ਬਿਲਕੁਲ ਸਹਿਮਤ ਹੈਗਾ। ਮੈਂ ਤਾਂ ਪਹਿਲੇ ਕਹਿੰਦਾ ਆਇਆ ਹੈਗਾ ਕਿ ਕਾਫੀ ਇੱਥੇ ਜ਼ਮਾਨਾ ਸੀ ਤੇ ਹੁਣ ਵੀ ਹੈਗਾ ਜਦੋਂ ਕਿ ਆਰਮਸ ਜਿਹੜੇ ਫੜੇ ਗਏ, ਐਮਿਨੀਸ਼ਨ ਜਿਹੜਾ ਫੜਾ ਗਿਆ, ਕਈ ਥਾਵਾਂ ਤੇ ਉਹਨੂੰ ਰੀਸਰਕੂਲੇਟ ਹੋਇਆ। ਰੀਸਰਕੂਲੇਸ਼ਨ ਦਾ ਮਤਲਬ ਤੁਸੀਂ ਵੀ ਸਮਝਦੇ ਹੋ, ਵਿਕਰਮਜੀਤ ਵੀ ਸਮਝਦੇ ਹੈਗੇ ਨੇ। ਡਰੱਗਸ ਕਈ ਵਾਰੀ ਫੜੀ ਜਾਂਦੀ ਹੈ ਨਾ, ਉਹਨਾਂ ਦਾ ਰੀਸਰਕੂਲੇਸ਼ਨ ਹੁੰਦਾ ਹੈਗਾ, ਜ਼ਰੂਰ ਹੁੰਦਾ। ਮੈਂ ਵੀ ਕਹਿ ਰਿਹਾ, ਮੈਂ ਇਹ ਰੌਲਾ ਜਿਹੜਾ ਹੈਗਾ ਅੱਜ ਵਿਕਰਮਜੀਤ ਸਿੰਘ ਤਾਂ ਅੱਜ ਕਰ ਰਿਹਾ, ਮੈਂ ਇਹਦੀ ਗੱਲ ਜਿਹੜੀ ਹੈਗੀ ਪਿਛਲੇ ਪਤਾ ਨਹੀਂ ਕਿੰਨੇ ਦਹਾੜੇ ਉਹਦੇ 10ਵੀਂ ਵਾਰੀ ਉਹ ਕਹਿ ਰਿਹਾ ਹੈਗਾ that this is going on, it needs to be checked, it needs to be checked। ਠੀਕ ਹੈਗਾ, ਕਦੇ ਕਦੇ ਤੁਸੀਂ ਅਖਬਾਰਾਂ 'ਚ ਰੌਲਾ ਪਾ ਦਿੰਦੇ ਹੈਗੇ ਹੋ, ਮੀਡੀਆ 'ਚ ਰੌਲਾ ਪਾ ਦਿੰਦੇ ਹੈਗੇ, ਬਟ ਜਿੰਨੇ ਰਿਸੋਰਸਿਸ ਮੀਡੀਆ ਦੇ ਕੋਲ ਹੈਗੇ ਨੇ ਤੇ ਇੰਡੀਪੈਂਡੈਂਟ ਰਿਸੋਰਸਿਸ ਜਿਹੜੇ ਹੈਗੇ ਨੇ, they should also expose it by name।
ਤੇ ਇਹਨੇ ਇਸ ਤਰ੍ਹਾਂ ਕੀਤਾ, ਇਹਨੇ ਇਸ ਤਰ੍ਹਾਂ ਕੀਤਾ, ਤੇ ਸਮਾਜ ਦੇ ਮੂਹਰੇ ਲਾਓ ਤੇ ਉਹਨਾਂ ਨੂੰ ਕਿਸ ਤਰ੍ਹਾਂ ਉਹਦੇ ਖਿਲਾਫ ਐਕਸ਼ਨ ਨਹੀਂ ਹੋਏਗਾ। ਵਰਨਾ ਬਲੈਕ ਸ਼ੀਪ ਜਿਹੜੀ ਹੈਗੀ ਨੇ, ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਕੰਮ ਕਰਦੀਆਂ ਹੈਗੀਆਂ ਨੇ, ਸਾਰਿਆਂ ਨੂੰ ਖੁਸ਼ ਕਰਨਾ ਉਹਨਾਂ ਦਾ ਕੰਮ ਹੁੰਦਾ ਹੈਗਾ, ਤੇ ਕੀਪ ਔਨ ਲਾਈਨ ਲੋ। ਸ਼ਸ਼ੀਕਾਂਤ ਜੀ, ਜਿਹੜਾ ਇਹ ਹੁਣ ਐਸਆਈਟੀ ਦਾ ਗਠਨ ਕੀਤਾ ਗਿਆ, ਤੁਹਾਨੂੰ ਉਮੀਦ ਹੈ ਕਿ ਇੱਥੋਂ ਕੁਝ ਨਿਕਲ ਕੇ ਆਊਗਾ? ਸਾਡੇ ਸਾਹਮਣੇ ਉਹ ਬੰਦੇ ਆਉਣਗੇ ਜਿਨ੍ਹਾਂ ਨੇ ਝੰਡੇ ਲਾਏ ਸੀ, ਜਿਨ੍ਹਾਂ ਨੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀਗੀ? ਸ਼ਸ਼ੀਕਾਂਤ ਜੀ, ਮੈਨੂੰ ਜਾਪਦਾ ਤੇ ਨਹੀਂ ਹੈਗਾ ਕਿ ਐਸਆਈਟੀ ਦਾ ਕੋਈ ਬਹੁਤ ਚੰਗਾ ਰਿਜ਼ਲਟ ਆਏਗਾ, ਕਿਉਂਕਿ ਇਹ ਜਿਹੜਾ ਵੀ ਹੈਗਾ ਇਹਨੂੰ ਇੱਕ ਵਾਈਡਰ ਪੈਰਾਮੀਟਰ ਦੇ ਵਿੱਚ ਵੇਖਣਾ ਪਏਗਾ। ਐਸਆਈਟੀ ਦਾ ਜੁਰਿਸਡਿਕਸ਼ਨ ਕੀ ਹੈਗਾ, ਅੱਜ ਦੀ ਤਰੀਕ ਮੈਨੂੰ ਪਤਾ ਨਹੀਂ ਉਹਨਾਂ ਦੀ ਟਰਮਸ ਐਂਡ ਕੰਡੀਸ਼ਨਸ ਕੀ ਹੈਗੀਆਂ ਨੇ ਵਕਤ ਦੀ ਜਿਹੜੀ ਹੈਗੀ ਹੈ। ਹਿਮਾਚਲ ਚ ਵੇਖਣਾ ਹੈ ਕਿ ਬਾਹਰ ਵੇਖਣਾ ਹੈਗਾ? ਜੇ ਤੁਹਾਨੂੰ ਵੇਖਣਾ ਹੈਗਾ ਜਿੰਨੇ ਵੀ ਇੰਸੀਡੈਂਟਸ ਹੋਏ ਨੇ, ਰਾਈਟ ਫਰਮ ਫਾਰਮਰਸ ਐਜੀਟੇਸ਼ਨ ਟੂ ਵਟਐਵਰ ਹੈਪਨਡ ਇਨ ਸਮ ਪਾਰਟਸ ਆਫ ਪੰਜਾਬ, ਜਾਂ ਇੱਥੇ ਜਿਹੜਾ ਹੋਇਆ ਹੈਗਾ, ਇਹਨਾਂ ਨੂੰ ਸਾਰਾ ਲਿੰਕ ਅਪ ਕਰਕੇ ਕਿਸੇ prominent intelligence agency ਨੂੰ ਵੇਖਣਾ ਪਏਗਾ। ਸਟੇਟ ਜਿਹੜਾ ਕਿ ਦਾਰਾ ਲਿਮਟਿਡ ਹੈਗਾ, I doubt whether they'll be successful. There's no CCTV, nothing's there. ਠੀਕ। ਡਾਕਟਰ ਮੁਹੰਮਦ ਖਾਲਿਦ, ਅਸੀਂ ਇੱਥੇ ਬੈਠੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਹਾਂ, ਸਾਡਾ ਪਾਸਪੋਰਟ ਬੜਾ ਮਜ਼ਬੂਤ ਹੈ ਖਾਲਿਦ ਸਾਹਿਬ, ਵਿਦੇਸ਼ਾਂ ਦੇ ਵਿੱਚ ਸਾਡੀ ਧਾਕ ਹੈ, ਹੁਣ ਸਾਡੇ ਕੋਲੇ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹਾ ਅਸੀਂ ਗਠਨ ਕਰ ਦਿੱਤਾ, ਇਹੋ ਜਿਹਾ ਵਿਕਾਸ ਦੀ ਹਨੇਰੀ ਲਿਆ ਦਿੱਤੀ ਕਿ ਅਸੀਂ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ, ਰਾਸ਼ਟਰਪਤੀ ਨਾਲ ਜੱਫੀਆਂ ਤੱਕ ਪਾ ਸਕਦੇ। ਖਾਲਿਦ ਸਾਹਿਬ, ਜਿਨ੍ਹਾਂ ਨਾਲ ਆਪਾਂ ਜੱਫੀਆਂ ਪਾਉਂਦੇ ਹਾਂ, ਜਿਨ੍ਹਾਂ ਨੂੰ ਆਪਾਂ ਮਿਲਦੇ ਹਾਂ, ਜਿਨ੍ਹਾਂ ਨਾਲ ਹੱਥ ਮਿਲਾਉਂਦੇ ਹਾਂ, ਜਿਨ੍ਹਾਂ ਨਾਲ ਝੂਲੇ ਲੈਂਦੇ ਹਾਂ ਆਪਾਂ, ਖਾਲਿਦ ਸਾਹਿਬ, ਉਹਨਾਂ ਮੁਲਕਾਂ ਦੇ ਵਿੱਚੋਂ ਜਿਹੜੇ ਅਨਸਰ ਇੱਥੇ ਦਹਿਸ਼ਤ ਫੈਲਾਉਣ ਦਾ ਕੰਮ ਕਰਦੇ, ਉਹਨਾਂ ਨੂੰ ਫੜ ਕੇ ਕਿਉਂ ਨਹੀਂ ਲੈਂਦੇ ਖਾਲਿਦ ਸਾਹਿਬ? ਦੇਖੋ, ਜਿੱਥੇ ਤੱਕ ਤੁਸੀਂ ਕਈ ਇਸ਼ੂਜ਼ ਇਹਦੇ ਵਿੱਚ ਫਲੈਗ ਆਊਟ ਕੀਤੇ ਹਨ, ਜਿੱਥੇ ਤੱਕ ਤਾਂ ਸਾਡਾ ਪਾਸਪੋਰਟ ਦਾ ਸਵਾਲ ਹੈ, ਪਾਸਪੋਰਟ ਦਾ ਤੁਹਾਨੂੰ ਪਤਾ ਹੈ ਜਾਪਾਨ ਦਾ ਸਭ ਤੋਂ ਪਾਵਰਫੁਲ ਪਾਸਪੋਰਟ ਹੈ, ਔਰ ਸਾਡਾ ਪਾਸਪੋਰਟ ਜਿਹੜਾ ਹੈਗਾ ਉਹ ਕਾਫੀ ਨੀਚੇ ਹੈ। ਦੂਸਰੀ ਚੀਜ਼ ਜਿਹੜੀ ਹੈ ਕਿ ਤੁਸੀਂ ਉਹ ਕੰਟਰੀਜ਼ ਜਿੱਥੋਂ ਇਹ ਆਵਾਜ਼ਾਂ ਉੱਠਦੀਆਂ ਨੇ, ਖਾਸ ਤੌਰ ਪਰ ਉਹ ਜਿੱਥੇ ਕੁਝ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ, ਉਹਨਾਂ ਵਿੱਚੋਂ ਕੁਝ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਹੈਗੇ ਆ ਉਹ ਚੱਕਦੇ ਰਹਿੰਦੇ ਆ, ਖਾਸ ਤੌਰ ਪਰ ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ ਜਾਂ ਦੂਸਰੀ ਜਗ੍ਹਾ ਤੇ, ਔਰ ਉੱਥੇ ਹੀ ਤੁਸੀਂ ਆਪਣੇ ਹਾਈ ਲੈਵਲ ਡਿਗਨਿਟਰੀਜ਼ ਜਾਂ ਡੈਲੀਗੇਸ਼ਨਸ ਉੱਥੇ ਜਾਂਦੇ ਆ, ਇਹ ਇਸ਼ੂਜ਼ ਉੱਥੇ ਨਹੀਂ ਚੱਕਦੇ ਆਪਾਂ। ਉੱਥੇ ਇਹ ਇਸ਼ੂਜ਼ ਜ਼ਿਆਦਾ ਮਤਲਬ ਫੋਰਸਫੁਲੀ ਉਹਨੂੰ ਆਪਾਂ ਜਾਂ ਸਾਡੇ ਜਿਹੜੇ ਲੀਡਰਸ ਹੈਗੇ ਆ ਉਹਨੂੰ ਨਹੀਂ ਚੱਕਦੇ, ਜਿਹਦੀ ਵਜ੍ਹਾ ਇਹ ਹੈਗੀ ਹੈ, ਚਾਹੇ ਸਾਡੇ ਟ੍ਰੇਡ ਸਾਹਮਣੇ ਆ ਜਾਂਦਾ ਹੈ, ਚਾਹੇ ਸਾਡੇ ਹੋਰ ਡਿਪਲੋਮੈਟਿਕ ਰਿਲੇਸ਼ਨ ਸਾਹਮਣੇ ਆ ਜਾਂਦੇ ਆ, ਲੇਕਿਨ ਆਪਾਂ ਡਿਪਲੋਮੈਟਿਕਲੀ ਇਹਨਾਂ ਚੀਜ਼ਾਂ ਨੂੰ, ਫॉर एग्जांपल ਅੱਜ ਕੱਲ ਸਾਡੇ ਕੋਲ ਬਹੁਤ ਹੀ ਐਕਟਿਵ ਔਰ ਬਹੁਤ ਹੀ ਹੋਣਹਾਰ ਸਮਝ ਲਓ ਫੋਰਨ ਅਫੇਅਰ ਮਿਨਿਸਟਰ ਹੈ ਜੈ ਸ਼ੰਕਰ, ਜਿਨ੍ਹਾਂ ਇੱਕ ਲੰਬੀ ਪਾਰੀ ਫੋਰਨ ਅਫੇਅਰ ਮਿਨਿਸਟਰੀ ਦੇ ਵਿੱਚ ਵੀ ਖੇਡੀ ਹੈ, ਔਰ ਉਹਨਾਂ ਨੂੰ ਪਤਾ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ। ਇਹ ਅਗਰ ਇਸ ਤਰ੍ਹਾਂ ਦੇ ਇਸ਼ੂਜ਼ ਉੱਠਦੇ ਹੈ ਔਰ ਇਹਨਾਂ ਦਾ ਲਿੰਕ ਅਪ ਵਿਦੇਸ਼ਾਂ ਨਾਲ ਹੁੰਦਾ ਹੈ, ਜੋ ਇਨਸੀਡੈਂਟਸ ਇੱਥੇ ਹੋ ਰਹੇ ਹਨ, ਹੋ ਸਕਦਾ ਹੈ ਇਹ ਇਨਸੀਡੈਂਟ ਜਿਹੜੇ ਹੈਗੇ ਆ ਇੰਟਰਨਲ ਬੋਰਨ ਹੋਣ, ਉਹਨਾਂ ਵਿੱਚੋਂ ਕੁਝ ਤਾਂ ਬਾਹਰ ਹੈਗੇ, ਆਪਾਂ ਨੂੰ ਪਤਾ ਹੈ, ਜਿਵੇਂ ਸਿੱਖ ਫॉर ਜਸਟਿਸ ਜਿਹੜਾ ਹੈਗਾ ਉਹ ਸਾਰਾ ਬਾਹਰ ਤੁਰੇ ਫਿਰਦੇ ਆ ਕੁਝ ਲੋਕ, ਉਹ ਵੀ देयर आर मिनिस्क्यूल ग्रुप, आई टेल यू, कोई बहुत ज्यादा लोग नहीं हैं, कुछ लोग हैं ਜਿਹੜੇ ਬਾਰ-ਬਾਰ ਇਸ ਤਰ੍ਹਾਂ ਦੇ ਇਸ਼ੂਜ਼ ਉੱਥੇ ਚੱਕਦੇ ਰਹਿੰਦੇ ਆ। ਸਾਨੂੰ ਵੀ ਡਿਪਲੋਮੈਟਿਕ ਲੈਵਲ ਤੇ ਅਗਰ ਅਸੀਂ ਜਾਂਦੇ ਆ, ਸਾਡੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਜਾਂ ਹੋਰ, ਇਹ ਇਸ਼ੂਜ਼ ਨੂੰ ਚੱਕਣਾ ਚਾਹੀਦਾ ਹੈ। ਕਈ ਵਾਰ ਚੱਕਿਆ ਵੀ ਹੈ, ਕੈਨੇਡਾ ਦੇ ਨਾਲ ਸਾਡੇ ਕਈ ਵਾਰ ਇਸ ਤਰ੍ਹਾਂ ਦੀ ਵਾਰਤਾਲਾਪ ਹੋਈ ਵੀ ਹੈ। ਇਹ ਇਸ਼ੂਜ਼ ਜਿਹੜੇ ਹੈਗੇ ਆ ਉਹਨਾਂ ਨੂੰ ਉਸ ਲੈਵਲ ਤੇ ਸੀਰੀਅਸਲੀ ਲੈਣਾ ਚਾਹੀਦਾ। ਲੇਕਿਨ ਮੈਂ ਇੱਕ ਗੱਲ ਫਿਰ ਜ਼ਰੂਰ ਕਹਾਂਗਾ ਕਿ ਜਿੱਥੇ ਤੱਕ ਖਾਲਿਸਤਾਨ ਦਾ ਮੁੱਦਾ ਹੈ, ਉਹ ਕੇਵਲ ਜਿਹੜਾ ਹੈਗਾ ਉਹ ਹੈਡਲਾਈਨ ਜਾਂ ਮੀਡੀਆ ਦਾ ਬਣ ਕੇ ਰਹਿ ਗਿਆ। ਗਰਾਊਂਡ ਦੇ ਉੱਪਰ ਉਹ ਅਗਰ ਤੁਸੀਂ ਕਹੋ ਕਿ ਲੋਕ ਉਹਨੂੰ ਕਿਸੇ ਤਰ੍ਹਾਂ ਦੀ ਵੀ ਸਪੋਰਟ ਕਰ ਰਹੇ ਹਨ, ਮੈਂ ਉਸ ਚੀਜ਼ ਨਾਲ ਐਗਰੀ ਨਹੀਂ ਕਰ ਸਕਦਾ। ਇੱਕ ਮੈਨੂੰ ਹੋਰ ਸਵਾਲ ਜਵਾਬ ਦਿਓ ਖਾਲਿਦ ਸਾਹਿਬ। ਜਦੋਂ ਸ਼ਸ਼ੀਕਾਂਤ ਜੀ ਕਹਿੰਦੇ ਪੰਨੂ ਨੂੰ ਸੀਰੀਅਸ ਲੈਣਾ ਚਾਹੀਦਾ, ਫਿਰ ਜਦੋਂ ਪੰਨੂ ਦਾ ਇਹ ਬਿਆਨ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਜਨ ਸਭਾ ਲਈ ਝੰਡੇ ਭੇਜੇ ਗਏ ਸਨ, ਸਰ ਉਹਦਾ ਮਤਲਬ ਮੈਂ ਕੀ ਸਮਝਾ ਖਾਲਿਦ ਸਾਹਿਬ? ਉਹ ਚੀਜ਼ਾਂ ਹੈਗੀਆਂ, ਇੱਕ ਚੀਜ਼ ਤਾਂ ਹੈਗਾ ਖਾਲਿਸਤਾਨ ਦਾ ਮੁੱਦਾ, ਦੂਸਰਾ ਉਹ ਲੋਕ ਹੈਗੇ ਆ ਜਿਹੜੇ ਇਹਨੂੰ ਕਿਸੇ ਨਾ ਕਿਸੇ ਸੂਰਤ ਦੇ ਵਿੱਚ ਹਵਾ ਦੇਣਾ ਚਾਹੁੰਦੇ ਆ। ਜਿਹੜੇ ਇਸ ਤਰ੍ਹਾਂ ਦਾ ਐਲੀਮੈਂਟ ਹੈਗਾ, ਸ਼ਸ਼ੀਕਾਂਤ ਜੀ ਨੇ ਬਿਲਕੁਲ ਸਹੀ ਕਿਹਾ, ਉਹਨਾਂ ਐਲੀਮੈਂਟਸ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ, ਉਹਨਾਂ ਨੂੰ ਦੱਬਣਾ ਚਾਹੀਦਾ ਹੈ, ਉਹਨਾਂ ਨੂੰ ਸਪਰੈਸ ਕਰਨਾ ਚਾਹੀਦਾ ਹੈ, ਉਹਨਾਂ ਨੂੰ ਲਾਅ ਦੇ ਮੁਤਾਬਕ ਸਜ਼ਾ ਹੋਣੀ ਚਾਹੀਦੀ ਹੈ। ਲੇਕਿਨ ਖਾਲਿਸਤਾਨ ਦਾ ਮੁੱਦਾ ਐਜ਼ ਸੱਚ ਜੋ ਅਸੀਂ ਦੇਖਿਆ ਪੰਜਾਬ ਦੇ ਵਿੱਚ ਇੱਕ ਲੰਬੇ ਸਮੇਂ ਤੱਕ, ਜਿਹਦਾ ਅਸੀਂ ਖਮਿਆਜ਼ਾ ਵੀ ਭੁਗਤਿਆ ਸਾਰੇ ਪੰਜਾਬੀਆਂ ਨੇ, ਉਸ ਤਰ੍ਹਾਂ ਦੀ ਕੋਈ ਚੀਜ਼ ਅੱਜ ਐਗਜ਼ਿਸਟ ਨਹੀਂ ਕਰਦੀ। ਠੀਕ ਹੈ ਵਿਕਰਮਜੀਤ, ਕੀ ਇਹ ਪੰਜਾਬ ਨੂੰ ਇਸ ਮਾਮਲੇ ਤੋਂ ਅਲਰਟ ਰਹਿਣਾ ਚਾਹੀਦਾ?
ਜਾਂ ਨਹੀਂ, ਜਾਂ ਪੰਜਾਬ ਨੂੰ ਇਸ ਮੁੱਦੇ ਬਾਰੇ ਪੰਜਾਬ ਸੋਚਣਾ ਨਹੀਂ ਨੂੰ ਚਾਹੀਦਾ? ਇਸ ਮਾਮਲੇ ਤੇ ਅਲਰਟ, ਸਭ ਤੋਂ ਵੱਡਾ ਪੰਜਾਬ ਦੇ ਲੋਕਾਂ ਨੂੰ ਅਲਰਟ ਰਹਿਣਾ ਹੈ ਕਿ ਅਸੀਂ ਇਹ ਜਿਹੜੀ ਨੈਰੇਟਿਵ ਬਿਲਡਿੰਗ ਔਰ ਪਰਸੈਪਸ਼ਨ ਮੈਨੇਜਮੈਂਟ ਹੋ ਰਹੀ ਹੈ ਬਾਈ ਯੂਜ਼ਿੰਗ ਇਨਸੀਡੈਂਟਸ ਐਂਡ ਬਲੋਇੰਗ them ਅਪ, ਉਸ ਤੋਂ ਅਸੀਂ ਧਿਆਨ ਨਾਲ ਲੈਣਾ ਕਿ ਥੀਸ ਕੁਡ ਬੀ ਫॉर ਪੋਲੀਟੀਕਲ ਰੀਜ਼ਨਸ। ਹੁਣ ਦੇਖੋ ਐਫਰਟ ਕੀ ਬਣ ਰਹੀ ਹੈ। ਪਹਿਲੇ ਪਟਿਆਲਾ ਵਿੱਚ ਕਲੈਸ਼ਸ ਹੋਏ, ਵਾਟ ਡਿਡ ਦੀ ਆਪੋਜੀਸ਼ਨ ਪਾਰਟੀਜ਼ ਡੂ? ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਕਾਰਨ, ਕਿਉਂਕਿ ਉਹ ਪਾਵਰ 'ਚ ਆਏ ਨੇ, ਇਸ ਲਈ ਕਲੈਸ਼ਸ ਹੋ ਰਹੇ ਨੇ। ਹੁਣ ਹਿਮਾਚਲ ਵਿੱਚ ਇਹ ਹੋਇਆ ਖਾਲਿਸਤਾਨ ਦੇ ਬੈਨਰ, ਇਲੈਕਸ਼ਨ 6 ਮਹੀਨੇ ਦੂਰ ਹੈ, ਤੁਹਾਨੂੰ ਪਤਾ ਆਮ ਆਦਮੀ ਪਾਰਟੀ ਉੱਥੇ ਟਰਾਈ ਕਰ ਰਹੀ ਹੈ। ਹੁਣ ਐਫਰਟ ਇਹ ਆ ਰਹੀ ਹੈ ਟੂ ਪੋਰਟਰੇ ਕਿ ਇਹ ਅਗਰ ਆਮ ਆਦਮੀ ਪਾਰਟੀ ਹਿਮਾਚਲ ਵਿੱਚ ਕਿਤੇ ਆ ਗਈ ਤੇ ਖਾਲਿਸਤਾਨ ਵਿਲ ਬੀ ਐਟ ਯੋਰ ਡੋਰ ਸਟੈਪ। ਨਹੀਂ, ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਖਾਲਿਸਤਾਨ ਦੇ ਏਜੰਡੇ ਵਿੱਚ ਘੁਮਾਇਆ ਜਾ ਰਿਹਾ? ਦੇ ਆਰ ਐਗਜ਼ੈਕਟਲੀ ਡੂਇੰਗ ਦਿਸ। ਔਰ ਮੈਂ ਇਹਨਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹੈ, ਜੋ ਇਹ ਗੱਲ ਕਹਿ ਰਹੇ ਨੇ ਕਿ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਸ ਨੇ ਉਹ ਇੰਨੇ ਸਟੂਪਿਡ ਨੇ ਜਾਂ ਉਹ ਪੋਲੀਟੀਕਲੀ ਇੰਨੇ ਸੁਸਾਈਡਲ ਨੇ ਕਿ ਉਹ ਆਪਣੇ ਆਪ ਨੂੰ ਟੈਰਰਿਜ਼ਮ ਨਾਲ ਐਸੋਸੀਏਟ ਕਰਨਗੇ? ਕਿਉਂਕਿ ਇਫ ਦੇ ਐਸੋਸੀਏਟ ਦੈਮਸੈਲਵਸ ਵਿਦ ਟੈਰਰਿਜ਼ਮ, ਦੇ ਉਹਨਾਂ ਦੇ ਇਲੈਕਟੋਰਲ ਪ੍ਰੋਸਪੈਕਟਸ ਇਨ ਦ ਰੈਸਟ ਆਫ ਇੰਡੀਆ ਵਿਲ ਬਿਕਮ ਜ਼ੀਰੋ। ਨਹੀਂ, ਖਾਲਿਸਤਾਨ ਤੇ ਟੈਰਰਿਜ਼ਮ ਇਕੱਠਾ ਹੋ ਗਿਆ? ਨਹੀਂ, ਖਾਲਿਸਤਾਨ ਸੈਪਰੇਟਿਜ਼ਮ ਤੁਸੀਂ ਲੈ ਲਓ ਕਿ ਖਾਲਿਸਤਾਨ ਦੀ ਜਿਹੜੀ ਆਈਡੀਓਲੋਜੀ ਹੈ, ਸੈਪਰੇਟਿਜ਼ਮ ਦੀ ਆਈਡੀਓਲੋਜੀ ਹੈ, ਅਗਰ ਆਮ ਆਦਮੀ ਪਾਰਟੀ ਜਾਂ ਕੋਈ ਵੀ ਪਾਰਟੀ ਉਹਦੇ ਨਾਲ ਐਸੋਸੀਏਟ ਹੋ ਜਾਂਦੀ ਹੈ ਤੇ ਉਹਦੇ ਪੋਲੀਟੀਕਲ ਪ੍ਰੋਸਪੈਕਟਸ ਇਨ ਇੰਡੀਆ ਵਿਲ ਬਿਕਮ ਜ਼ੀਰੋ। ਸੋ ਜੋ ਮੇਰੀ ਐਨਾਲਿਸਿਸ ਇਹ ਹੈਗੀ ਹੈ ਕਿ ਇਹ ਕੋਈ ਨਾ ਕੋਈ ਐਲੀਮੈਂਟਸ ਹੈਗੇ ਨੇ ਵਿਦਨ ਇੰਡੀਆ ਜਿਹੜਾ ਇਹਨੂੰ ਪੋਲੀਟੀਕਲੀ ਮੈਨੀਪੂਲੇਟ ਕਰ ਰਹੇ ਨੇ ਬਾਈ ਯੂਜ਼ਿੰਗ ਦਿਸ ਖਾਲਿਸਤਾਨ ਬੋਗੀ। ਤੁਸੀਂ ਇਹ ਬਹੁਤ ਵੱਡਾ ਮੁੱਦਾ ਖੜਾ ਕਰ ਆਈ ਐਮ ਸੇਇੰਗ ਓਨਲੀ ਵਨ ਥਿੰਗ ਕਿ ਪੰਜਾਬ ਦੇ ਲੋਕੀ, ਹਿਮਾਚਲ ਦੇ ਲੋਕੀ, ਇੰਡੀਆ ਦੇ ਲੋਕੀ ਸ਼ੁੱਡ ਬੀ ਵੈਰੀ ਅਵੇਅਰ ਕਿ ਇਹ ਪੋਲੀਟੀਕਲ ਰੀਜ਼ਨਸ ਲਈ ਹੋ ਸਕਦਾ ਹੈ। ਤੁਹਾਡੇ ਕੋਲ ਪੰਜਾਬ ਦਾ ਐਗਜ਼ਾਮਪਲ ਹੈ, ਸਭ ਨੂੰ ਪਤਾ ਹੈ ਕਿ ਕਾਂਗਰਸ ਨੇ ਏਜੰਸੀਜ਼ ਨੂੰ ਯੂਜ਼ ਕਰਕੇ ਇੱਕ ਪਿੰਡਰਾਂਵਾਲੇ ਜੀ ਥ੍ਰੈਟ ਕ੍ਰੀਏਟ ਕੀਤੀ ਫॉर ਪੋਲੀਟੀਕਲ ਰੀਜ਼ਨਸ। ਹੂ ਆਰਮਡ ਪਿੰਡਰਾਂਵਾਲੇ, ਹੂ ਆਰਮਡ ਹਿਜ਼ ਮਿਲੀਟੈਂਟਸ ਔਰ ਟੈਰਰਿਸਟਸ, ਹੂਐਵਰ ਦੇ ਵਰ। ਕਿਹਦਾ ਰੋਲ ਸੀ? ਪਾਕਿਸਤਾਨ ਬਾਹਰ ਚਾਹੁੰਦਾ ਹੈ, ਪਾਕਿਸਤਾਨ ਨੇ ਤਾਂ ਪੱਕਾ ਮਿਸਚੀਫ ਕਰਨੀ ਹੈ, ਉਹਨਾਂ ਨੂੰ ਮੌਕਾ ਚਾਹੀਦਾ, ਬਟ ਹੂ ਗੇਵ them ਦੀ opportunity? ਤੁਹਾਡੀ ਕਿਤਾਬਾਂ ਲਿਖੀਆਂ ਬਾਏ ਫਾਰਮਰ ਆਫਿਸਰਸ ਆਫ ਦੀ ਏਜੰਸੀਜ਼, ਇੰਟੈਲੀਜੈਂਸ ਬਿਊਰੋ ਫॉर ਐਗਜ਼ਾਮਪਲ, ਕਿ ਕਿਸ ਤਰ੍ਹਾਂ ਪੰਜਾਬ ਵਿੱਚ ਟੈਰਰਿਜ਼ਮ, ਖਾਲਿਸਤਾਨ ਵਾਸ ਮੈਨੀਪੂਲੇਟਡ। ਚਲੋ, ਮੈਂ ਸ਼ਸ਼ੀਕਾਂਤ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਡੇ ਤੋਂ ਸਵਾਲ ਜ਼ਰੂਰ ਲੈਣਾ ਚਾਹੁੰਦਾ। ਤੁਹਾਨੂੰ ਵੀ ਇਉਂ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹ ਖਾਲਿਸਤਾਨ ਦਾ ਏਜੰਡਾ ਉਭਾਰ ਕੇ ਜਿਸ ਤਰੀਕੇ ਨਾਲ ਇਹ ਸਾਰੀ ਸਿਆਸਤ ਕੀਤੀ ਜਾ ਰਹੀ ਹੈ, ਉਹ ਉਹਦੇ ਪਿੱਛੇ ਹੀ ਤੁਸੀਂ ਕਹਿ ਰਹੇ ਹੋ ਕਿ ਮਿਸਟਰ ਪੰਨੂ ਨੂੰ ਸੀਰੀਅਸ ਲੈਣਾ ਚਾਹੀਦਾ, ਜਾਂ ਤੁਹਾਨੂੰ ਲੱਗਦਾ ਕਿ ਕੋਈ ਹੋਰ ਵਜ੍ਹਾ ਹੈ? No political comments from my side, but just ਅਗੀ ਵਿਕਰਮਜੀਤ ਸਿੰਘ ਜੀ ਨੇ ਵੀ ਕਿਹਾ ਹੈਗਾ ਤੇ ਖਾਲਿਦ ਸਾਹਿਬ ਨੇ ਵੀ ਕਿਹਾ ਹੈ ਕਿ ਜਿਹੜੇ ਬੰਦੇ ਬਾਹਰ ਬੈਠੇ ਨੇ ਪੰਨੂ ਐਂਡ ਕੰਪਨੀ, ਤੇ ਉਹਨਾਂ ਦੇ ਜਿਹੜੇ ਲੋਕੀ ਜਿਹੜਾ ਨੂੰ ਉਹਨਾਂ ਨੇ ਮੋਟੀਵੇਟ ਕੀਤਾ ਹੈ, ਦੇ ਆਲ ਹੈਵ ਟੂ ਬੀ ਟੇਕਨ ਸੀਰੀਅਸ। ਸਰ ਲੀਗਲੀ ਦੱਸ ਦਿਓ ਸ਼ਸ਼ੀਕਾਂਤ ਜੀ, ਜੋ ਮਿਸਟਰ ਪੰਨੂ ਇਹ ਗੱਲ ਕਹਿ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਜਨ ਸਭਾ ਲਈ ਭੇਜੇ ਸੀਗੇ, ਉਹਦੇ ਤੇ ਕੀ ਲੀਗਲ ਐਕਸ਼ਨ ਹੋਣਾ ਚਾਹੀਦਾ? ਕਿਉਂਕਿ ਕੇਸ ਤਾਂ ਦਰਜ ਕਰਤਾ, ਕੇਸ ਤਾਂ ਪਹਿਲਾਂ ਵੀ ਦਰਜ ਹੈ, ਮਤਲਬ ਪੰਨੂ ਨੂੰ ਆਪ ਨੂੰ ਨਹੀਂ ਯਾਦ ਹੋਣਾ ਕਿੰਨੇ ਕੇਸ ਦਰਜ ਹੋਣ ਤੇ। ਜਦੋਂ ਵੀ ਕੋਈ ਇਸ ਤਰ੍ਹਾਂ ਦਾ ਸਟੇਟਮੈਂਟ ਆਉਂਦਾ ਹੈਗਾ, ਰਾਈਟ ਔਰ ਰੋਂਗ, ਉਹ ਬਾਅਦ ਚ ਹੁੰਦਾ ਹੈ, ਉਹਦੇ ਚ ਇਨਵੈਸਟੀਗੇਸ਼ਨ ਤਾਂ ਬੰਦਾ ਹੀ ਹੈਗਾ। ਦੈਟਸ ਦ ਬੇਸਿਕ ਪ੍ਰਿੰਸੀਪਲ ਆਫ ਪੁਲਿਸ ਇਨਵੈਸਟੀਗੇਸ਼ਨ ਐਂਡ ਦ ਨੈਸ਼ਨਲ ਸਿਕਿਉਰਿਟੀ। ਜਿਹੜਾ ਵੀ ਐਲੀਗੇਸ਼ਨ ਰਾਈਟ ਔਰ ਰੋਂਗ ਤੁਸੀਂ ਵੇਖੋ, ਉਹਦੇ ਚ ਆਮ ਨਾਟ ਮੇਕਿੰਗ ਐਨੀ ਪੋਲੀਟੀਕਲ ਕਮੈਂਟ। ਹੋ ਸਕਦਾ ਹੈ ਪੰਨੂ ਗਲਤ ਹੋਏ, ਹੋ ਸਕਦਾ ਹੈ whatever it might be, yes, look into it seriously। ਉਹ ਬਾਰ-ਬਾਰ ਕਹਿ ਰਹੇ ਹਨ ਕਿ ਪੰਨੂ ਤੇ ਉਹਦੇ ਜਿਹੜੇ ਮੋਟੀਵੇਟਡ ਬੰਦੇ ਹੈਗੇ ਨੇ, ਇੱਥੇ ਹੈਗੇ ਨੇ, ਬਾਹਰ ਹੈਗੇ ਨੇ, ਦੇ ਹੈਵ ਟੂ ਬੀ ਟੇਕਨ ਸੀਰੀਅਸਲੀ, ਤੇ ਉਹਨਾਂ ਦੇ ਉੱਤੇ ਪ੍ਰੋਪਰ ਇੱਕ ਇਨ ਡੈਪਥ ਇਨਵੈਸਟੀਗੇਸ਼ਨ ਹੋਣਾ ਚਾਹੀਦਾ ਹੈ, ਬੰਦਾ ਹੈਗਾ ਉਹ। ਚਲੋ KP ਜੀ, ਆਈ ਜਸਟ ਐਡ ਵਨ ਥਿੰਗ, ਅਗਰ ਤੁਸੀਂ ਸਪੈਸੀਫਿਕਸ ਦੇਖੋ, ਜਿਹੜੀ SIT ਕਨਸਟੀਟਿਊਟ ਕੀਤੀ ਹੈ ਹਿਮਾਚਲ ਦੇ DGP ਨੇ, ਉਹਦੇ ਵਿੱਚ ਜਿਹੜਾ ਲੀਡ ਮੈਂਬਰ ਹੈ ਇਜ਼ ਐਡੀਸ਼ਨਲ SP ਕਾਂਗੜਾ, ਜਿਨ੍ਹਾਂ ਦੀ ਜੁਰਿਸਡਿਕਸ਼ਨ ਦੇ ਅੰਡਰ EA ਸਿਕਿਉਰਿਟੀ ਲੈਬਸ ਕਹਿ ਲਓ, ਕੁਝ ਕਹਿ ਲਓ, ਜਿਹੜੇ ਬੈਨਰਸ ਲੱਗੇ ਨੇ, ਉਹ ਹੀ ਉਹਨਾਂ SIT ਦਾ ਲੀਡ ਮੈਂਬਰ ਹੈ। ਨੰਬਰ 2, ਜਿਹੜਾ CM ਆਫ ਹਿਮਾਚਲ ਨੇ ਜੈਰਾਮ ਠਾਕੁਰ, ਉਹਨਾਂ ਨੇ ਪਹਿਲੀ ਪੁਲਿਸ ਨੂੰ ਕਲੀਨ ਚਿਟ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਕਿਉਂਕਿ ਇਹ ਅਸੈਂਬਲੀ ਪ੍ਰੈਮਿਸਿਸ ਸਿਰਫ ਵਿੰਟਰ ਵਿੱਚ ਯੂਜ਼ ਹੁੰਦੇ ਸੀਗੇ, ਸੋ ਦੇਰ ਇਜ਼ ਨੋ ਸਿਕਿਉਰਿਟੀ ਲੈਬਸ, ਸਾਨੂੰ ਕੋਈ ਜ਼ਰੂਰਤ ਨਹੀਂ ਸੀ। ਸੋ ਪੁਲਿਸ ਨੂੰ ਇਹਨਾਂ ਨੇ ਪਹਿਲਾਂ ਹੀ ਛੁਟਕਾਰਾ ਦੇ ਦਿੱਤਾ ਉਹਦੇ ਵਿੱਚੋਂ। ਚਲੋ, ਹੁਣ ਇਹ ਕੀ ਇਨਵੈਸਟੀਗੇਸ਼ਨ ਕਰਨਗੇ? ਚਲੋ ਇੱਕ ਹੋਰ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ ਤੇ ਵਾਪਸ ਆ ਕੇ ਸਵਾਲ ਜ਼ਰੂਰ ਹੋਵੇਗਾ ਕਿ ਜਿਹੜਾ ਸ਼ਸ਼ੀਕਾਂਤ ਦੇ ਮੁੱਦਾ ਚੱਕਦੇ ਪਏ ਕਿ ਸੀਰੀਅਸ ਲੈਣਾ ਚਾਹੀਦਾ, ਉਹ ਸੀਰੀਅਸ ਲਊਗਾ ਕੌਣ? ਸਵਾਲ ਤਾਂ ਹੀ ਹੈ। ਵਾਪਸ ਆ ਰਹੇ।
ਮੁੜ ਤੋਂ ਸਵਾਗਤ ਤੇ ਵੱਡਾ ਸਵਾਲ ਇਹ ਪੁੱਛ ਰਹੇ ਹਾਂ, ਦੇਸ਼ 'ਚ ਖਾਲਿਸਤਾਨ ਨੂੰ ਹੁਲਾਰਾ ਦੇਣ ਵਾਲਿਆਂ ਦਾ ਅਸਲ 'ਚ ਟਾਰਗੇਟ ਕੀ ਹੈ। ਡਾਕਟਰ ਖਾਲਿਦ, ਤੁਸੀਂ ਸਾਰੇ ਹੁਣ ਆ ਗਏ ਇਸ ਲਾਈਨ ਤੇ ਕਿ ਸੀਰੀਅਸ ਲੈਣਾ ਚਾਹੀਦਾ ਇਸ ਇਸ਼ੂ ਨੂੰ। ਖਾਲਿਦ ਸਾਹਿਬ ਸੀਰੀਅਸ ਲਊਗਾ ਕੌਣ? ਤੁਸੀਂ, ਮੈਂ, ਸ਼ਸ਼ੀਕਾਂਤ ਜੀ, ਵਿਕਰਮਜੀਤ, ਕੌਣ ਸੀਰੀਅਸ ਲਊਗਾ ਇਸ ਇਸ਼ੂ ਨੂੰ? ਦੇਖੋ, ਸਰਕਾਰ ਦਾ ਸਭ ਤੋਂ ਵੱਡਾ ਕੰਮ ਹੁੰਦਾ ਹੈ ਕਿ ਸੁਚੱਜੇ ਢੰਗ ਦੇ ਨਾਲ ਪਬਲਿਕ ਅਫੇਅਰਸ ਨੂੰ ਰੈਗੂਲੇਟ ਕੀਤਾ ਜਾਵੇ, ਔਰ ਇਹ ਅਗਰ ਪਬਲਿਕ ਅਫੇਅਰਸ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਲੈਪਸ ਆਉਂਦੀ ਹੈ ਕਿਸੇ ਦੀ ਵਜ੍ਹਾ ਕਰਕੇ, ਜਾਂ ਕੋਈ ਇਸ ਤਰ੍ਹਾਂ ਦਾ ਮਿਸਚੀਫ ਕ੍ਰੀਏਟ ਕੀਤਾ ਜਾਂਦਾ ਹੈ, ਤਾਂ ਨੈਚੁਰਲੀ ਓਨਸ ਇਜ਼ ਔਨ ਦ ਗਵਰਨਮੈਂਟ। ਔਰ ਸਰਕਾਰ ਚਾਹੇ ਹਿਮਾਚਲ ਦੀ ਹੈ, ਚਾਹੇ ਪੰਜਾਬ ਦੀ ਹੈ, ਚਾਹੇ ਸੈਂਟਰਲ ਗਵਰਨਮੈਂਟ ਹੈ, ਚਾਹੇ ਸੈਂਟਰ ਦੀਆਂ ਏਜੰਸੀਜ਼ ਹੈ ਜਿਹੜੀਆਂ ਕਿ ਹਰ ਜਗ੍ਹਾ ਐਕਟਿਵ ਹੈ, ਜਿਹਨੂੰ ਆਪਾਂ ਥਰਡ ਆਈ ਆਫ ਦ ਗਵਰਨਮੈਂਟ ਕਹਿੰਦੇ, ਅਗਰ ਉਹਨਾਂ ਇਹ ਸਾਰੀਆਂ ਏਜੰਸੀਜ਼ ਜਾਂ ਗਵਰਨਮੈਂਟ ਜਿਹੜੀਆਂ ਹੈਗੀਆਂ ਉਹਨਾਂ ਨੂੰ ਇਸ ਤਰ੍ਹਾਂ ਦੇ ਮਿਸਚੀਫ ਮੌਂਗਰਰਸ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ, ਇਸ ਕਰਕੇ ਕਿਉਂਕਿ ਇਹੀ ਚੀਜ਼ ਸਨੋਬਾਲ ਹੋ ਕੇ ਅੱਗੇ ਤੁਰਦੀ ਹੈ। ਜਿੱਥੇ ਤੱਕ ਸਵਾਲ ਹੈ ਕਿ ਇਸ ਇਸ਼ੂ ਦੇ ਨਾਲ ਲੋਕ ਜੁੜਨਗੇ, ਲੋਕਾਂ ਨੂੰ ਸਿਹਤ ਚਾਹੀਦੀ ਹੈ, ਲੋਕਾਂ ਨੂੰ ਤੰਦਰੁਸਤੀ ਚਾਹੀਦੀ ਹੈ, ਐਜੂਕੇਸ਼ਨ ਚਾਹੀਦੀ ਹੈ, ਇਨਫਰਾਸਟ੍ਰਕਚਰ ਚਾਹੀਦਾ। ਲੋਕਾਂ ਨੇ ਦੇਖ ਲਿਆ ਪਹਿਲਾਂ ਖਾਲਿਸਤਾਨ ਦੀ ਵਜ੍ਹਾ ਕਰਕੇ ਕੀ ਹਾਲ ਹੋਇਆ, ਅੱਜ ਤੱਕ ਪੰਜਾਬ ਉਹਦਾ ਖਮਿਆਜ਼ਾ ਭੁਗਤ ਰਿਹਾ ਹੈ। ਅੱਜ ਤੱਕ ਜਿੰਨਾ ਤੁਸੀਂ 2.5-3 ਲੱਖ ਦਾ ਕਰੋੜ ਦਾ ਕਹਿੰਦੇ ਹੋ ਨਾ ਕਰਜ਼ਾ, ਸਾਰਾ ਉੱਥੇ ਸ਼ੁਰੂ ਹੋਇਆ। ਖਾਲਿਦ ਸਾਹਿਬ, ਮੈਂ ਲੋਕਾਂ ਦਾ ਸਵਾਲ ਇੱਕ ਤੌਰ ਤੋਂ ਲੈਣਾ ਚਾਹੁੰਦਾ। ਖਾਲਿਦ ਸਾਹਿਬ, ਤੁਸੀਂ ਲੋਕਾਂ ਦੀ ਗੱਲ ਵਾਰ-ਵਾਰ ਕਰਦੇ ਪਏ ਹੋ। ਖਾਲਿਦ ਸਾਹਿਬ, ਲੋਕ ਇਹ ਕਹਿੰਦੇ ਜਦੋਂ ਅਸੀਂ ਹਿਮਾਚਲ 'ਚ ਘੁੰਮਣ ਜਾਂਦੇ ਹਾਂ, ਪਹਿਲਾਂ ਸਾਨੂੰ ਆ ਕੋਵਿਡ ਕਾਲ ਕਰਕੇ ਬਹੁਤ ਦਿੱਕਤਾਂ ਸਾਹਮਣਾ ਕਰਨਾ ਪਿਆ, ਸਾਨੂੰ ਰਿਪੋਰਟ ਲੈ ਕੇ ਜਾਣੀ ਪੈਂਦੀ ਹੈ, ਮਾਸਕ ਪਾਉਣਾ ਪੈਂਦਾ, ਉਹ ਸਾਰੇ ਕਿਤੇ ਚਲੋ ਕੰਡੀਸ਼ਨ ਹੈਗੀ ਹੈ। ਹੁਣ ਉਹ ਕਹਿੰਦੇ ਆ ਸਾਨੂੰ ਇਹ ਡਰ ਲੱਗਦਾ ਕਿ ਸਾਡੇ ਕੋਲੋਂ ਕੋਈ ਝੰਡਾ ਨਾ ਨਿਕਲਿਆ ਆਵੇ, ਸਾਡੀ ਜੇਬ 'ਚ ਕੋਈ ਝੰਡਾ ਨਾ ਪਾ ਦਿੱਤਾ ਜਾਵੇ। ਖਾਲਿਦ ਸਾਹਿਬ, ਉਹਨਾਂ ਲੋਕਾਂ ਨੂੰ ਕੀ ਜਵਾਬ ਦਈਏ? ਖਾਲਿਦ ਸਾਹਿਬ, ਇਸ ਤੋਂ ਪਹਿਲਾਂ ਵੀ ਇੱਕ ਘਟਨਾ ਸਾਡੇ ਸਾਹਮਣੇ ਆ ਚੁੱਕੀ ਹੈ, ਇੱਕ ਮੋਟਰਸਾਈਕਲ ਰੋਕਿਆ ਗਿਆ ਸੀ ਹਿਮਾਚਲ ਦੇ ਵਿੱਚ, ਉਦੋਂ ਬਹੁਤ ਰੌਲਾ ਪਿਆ ਸੀ ਪੰਜਾਬ 'ਚ ਵੀ। ਖਾਲਿਦ ਸਾਹਿਬ ਦੇਖੋ, ਹੈਗਾ ਇੰਡੀਆ ਦੇ ਵਿੱਚ ਕਈ ਜਗ੍ਹਾ ਐਸੀਆਂ ਹੈਗੀਆਂ ਜਿੱਥੇ ਤੁਹਾਨੂੰ ਪਰਮਿਟ ਲੈ ਕੇ ਜਾਣਾ ਪੈਂਦਾ ਹੈ। ਅਰੁਣਾਚਲ ਦੀ ਗੱਲ ਕਰੀਏ ਜੇ ਆਪਾਂ, ਜਾਂ ਨਾਰਥ ਈਸਟ ਦੀ ਗੱਲ ਕਰੀਏ, ਕਈ ਜਗ੍ਹਾ ਦੇ ਉੱਪਰ ਕਈ ਤਰ੍ਹਾਂ ਦੀਆਂ ਰੈਸਟ੍ਰਿਕਸ਼ਨ, ਖਾਸ ਤੌਰ ਪਰ ਕੋਵਿਡ ਦੇ ਦਿਨਾਂ ਦੇ ਵਿੱਚ ਖੁਦ ਮੈਂ ਸ਼ਿਮਲੇ ਗਿਆ ਸੀਗਾ ਤੇ ਮੈਨੂੰ ਆਨਲਾਈਨ ਉਹ ਸਾਰਾ ਪ੍ਰੋਟੋਕੋਲ ਉਹਨਾਂ ਦਾ ਕਰਨਾ ਪਿਆ ਸੀਗਾ, ਤਾਂ ਉਹ ਸਾਰਾ। ਲੇਕਿਨ ਹੁਣ ਜਿਹੜੀ ਸਿਚੁਏਸ਼ਨ ਹੈ, ਅਗਰ ਇਸ ਚੀਜ਼ ਦਾ ਸਹਾਰਾ ਲੈ ਕੇ ਲੋਕਾਂ ਨੂੰ ਤੰਗ ਕੀਤਾ ਜਾਏਗਾ ਜਾਂ ਲੋਕ ਜਿਹੜੇ ਹੈਗੇ ਆ ਉਹ ਡਰਨਗੇ, ਉਹ ਮੈਂ ਕਹਿੰਦਾ ਅਨਫਾਊਂਡਡ ਹੈ। ਲੋਕਾਂ ਦਾ ਫਲੋ ਜਿਹੜਾ ਹੈਗਾ, ਕਿਉਂਕਿ ਟੂਰਿਜ਼ਮ ਹੁਣ ਸ਼ੁਰੂ ਹੋਇਆ ਔਰ ਬੜਾ ਇੰਪੋਰਟੈਂਟ ਹੈ ਉੱਥੇ ਦੀ ਇਕਨੋਮੀ ਵਾਸਤੇ। ਅਗਰ ਉਹ ਇਸ ਤਰ੍ਹਾਂ ਦੀਆਂ ਰੈਸਟ੍ਰਿਕਸ਼ਨਸ ਕ੍ਰੀਏਟ ਕਰਨਗੇ ਸਰਕਾਰ ਇਸ ਚੀਜ਼ ਦਾ ਹਵਾਲਾ ਦੇ ਕੇ, ਤਾਂ ਉਹ ਉੱਥੇ ਦੀ ਇਕਨੋਮੀ ਵਾਸਤੇ ਵੀ ਨੁਕਸਾਨਦੇਹ ਹੋਏਗਾ, ਲੋਕਾਂ ਵਾਸਤੇ ਨੁਕਸਾਨਦੇਹ ਹੋਇਆ, ਕਿਉਂਕਿ ਲੋਕਾਂ ਨੇ ਬੜੀ ਮੁਸ਼ਕਿਲ ਦੇ ਨਾਲ ਇਹ 2 ਸਾਲ ਨੂੰ ਕੱਢਿਆ ਔਰ ਹੁਣ ਉਹ ਆਪਣੇ ਆਪ ਨੂੰ ਬਾਹਰ ਕੱਢਣ ਲੱਗਿਆ। ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਨਹੀਂ, ਆਈ ਜਸਟ ਐਡ ਵਨ ਪੁਆਇੰਟ, ਜਿਹੜੇ ਕਾਂਗੜਾ ਦੇ ਐਸਪੀ ਕੁਸ਼ਤਾਬ ਸ਼ਰਮਾ ਨੇ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਲੱਗਦਾ ਕਿ ਪੰਜਾਬ ਤੋਂ ਟੂਰਿਸਟ ਨੇ ਇਹ ਕੰਮ ਕੀਤਾ। ਉਹਨਾਂ ਕੋਲ ਨਾ ਕੋਈ ਸੀਸੀਟੀਵੀ ਹੈ, ਨਾ ਉਹਨਾਂ ਨੇ ਅੱਜ ਤੱਕ ਹੁਣ ਤੱਕ ਕੋਈ ਅਰੈਸਟ ਕੀਤਾ, ਪਰ ਇਹ ਕਹਿਤਾ ਜੀ ਪੰਜਾਬ ਦੇ ਟੂਰਿਸਟ ਨੇ ਕੀਤਾ। ਨਾ ਇਹਦੇ ਨਾਲ ਕੀ ਹੋਏਗਾ? ਇਟ ਵਿਲ ਬੀ ਸਟੀਰੀਓਟਾਈਪਿੰਗ। ਤੁਸੀਂ ਜੋ ਵੀ ਬੰਦਾ ਲੱਗੇਗਾ ਪੰਜਾਬ ਤੋਂ ਆਇਆ ਤੁਹਾਡੇ ਹਿਮਾਚਲ, ਉਹਨੂੰ ਸ਼ੱਕ ਦੀ ਨਜ਼ਰ ਨਾਲ ਦੇਖੋਗੇ। ਜਿਸ ਤਰ੍ਹਾਂ ਪੰਜਾਬ ਟੈਰਰਿਜ਼ਮ ਦੇ ਡੇਜ਼ ਵਿੱਚ ਕੋਈ ਵੀ ਜੈਂਟਲਮੈਨ ਫਰਮ ਪੰਜਾਬ ਕਿਤੇ ਹੋਰ ਜਾਂਦਾ ਸੀ, ਉਹਨੂੰ ਸ਼ੱਕ ਦੀ ਨਜ਼ਰਾਂ ਨਾਲ ਦੇਖਦੇ ਸੀ। ਸੋ ਇਹ ਪੁਲਿਸ ਦਾ ਵੀ ਇਹ ਜਿਹੜਾ ਇਹਨਾਂ ਨੇ ਸਟੇਟਮੈਂਟਸ ਦਿੱਤੀ, ਬੜੇ ਧਿਆਨ ਨਾਲ ਦੇਣੀਆਂ ਚਾਹੀਦੀਆਂ, ਬਿਕੋਜ਼ ਯੂ ਨੋ ਹਾਊ ਵਿਸ਼ੀਏਟਡ ਦੀ ਐਟਮੋਸਫੇਅਰ ਕੈਨ ਬੀ। ਹਾਂ ਖਾਲਿਦ ਸਾਹਿਬ, ਕੁਝ ਕਹਿਣਾ ਚਾਹ ਰਹੇ ਸੀ? ਮੈਂ ਕਹਿ ਰਿਹਾ ਕਿ ਹਿਮਾਚਲ ਦੇ ਵਿੱਚ ਦਾ ਟੂਰਿਜ਼ਮ ਆਲਰੇਡੀ ਇਸ ਵਾਰ ਘਟ ਗਿਆ ਕਿਉਂਕਿ ਕਸ਼ਮੀਰ ਜ਼ਿਆਦਾ ਜਾਣ ਲੱਗ ਗਿਆ। ਅਗਰ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਆਉਣਗੀਆਂ ਤਾਂ ਉਹ ਹਿਮਾਚਲ ਵਾਸਤੇ ਹੋਰ ਵੀ ਜ਼ਿਆਦਾ ਨੁਕਸਾਨਦੇਹ ਹੈ। ਠੀਕ ਹੈ। ਸ਼ਸ਼ੀਕਾਂਤ ਜੀ, ਇਸ ਮੁੱਦੇ ਤੇ ਜਦੋਂ ਇਹ ਗੱਲ ਆਉਂਦੀ ਹੈ ਪਬਲਿਕ ਦੀ ਗੱਲ ਹਮੇਸ਼ਾ ਆਊਟ ਰਹਿੰਦੀ ਹੈ ਸਰ। ਪਬਲਿਕ ਦੀ ਗੱਲ ਨੂੰ ਛਪਾਉਣ ਵਾਸਤੇ ਹੀ ਇਹਨਾਂ ਮੁੱਦਿਆਂ ਦਾ ਸਹਾਰਾ ਲਿਆ ਜਾਂਦਾ ਹੈ। ਸਾਰੇ ਸਿਆਸਤਦਾਨ ਕਹਿੰਦੇ ਪਏ ਆ, ਸਾਰੇ ਐਨਲਿਸਟ ਕਹਿੰਦੇ ਪਏ ਆ। ਸ਼ਸ਼ੀਕਾਂਤ ਜੀ, ਤੁਸੀਂ ਕੋਈ ਪੋਲੀਟੀਕਲ ਬਿਆਨ ਨਹੀਂ ਦੇਣਾਗਾ, ਤੁਸੀਂ ਵਾਰ-ਵਾਰ ਕਹਿ ਚੁੱਕੇ। ਸ਼ਸ਼ੀਕਾਂਤ ਜੀ, ਮੈਂ ਇੱਕ ਚੀਜ਼ ਸਮਝਣਾ ਚਾਹੁੰਦਾ, ਜਦੋਂ ਇਹੋ ਜਿਹੀ ਸਿਚੁਏਸ਼ਨ ਸਾਡੇ ਸਾਹਮਣੇ ਆਉਂਦੀ ਹੈ, ਪੰਜਾਬ ਦੀ ਫੋਰਸ, ਹਿਮਾਚਲ ਦੀ ਫੋਰਸ ਜਾਂ ਜਿਹੜੇ ਹੋਰ ਸੂਬੇ ਨਾਲ ਲੱਗਦੇ ਆ, ਉਹਨਾਂ ਦੀ ਫੋਰਸ ਨੂੰ ਇੱਕ ਜੁਆਇੰਟ ਮੀਟਿੰਗ ਕਰਨੀ ਚਾਹੀਦੀ ਹੈ ਕਿ ਇਸ ਇਸ਼ੂ ਨੂੰ ਟੈਕਲ ਕਿਵੇਂ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਮਨਾਂ ਵਿੱਚ ਡਰ ਨਾ ਹੋਵੇ। ਸ਼ਸ਼ੀਕਾਂਤ ਜੀ, ਠੀਕ ਹੈ, ਇਨਵੈਸਟੀਗੇਸ਼ਨ ਆਪਣਾ ਪਾਰਟ ਹੈ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਤੁਸੀਂ ਜਾਣਦੇ ਹੋ ਸਟੇਟ ਟੂ ਸਟੇਟ ਗੱਲਬਾਤ ਹੋਣੀ ਚਾਹੀਦੀ ਹੈ। ਬੋਲੋ ਸਰ। ਮੈਂ 2-3 ਗੱਲਾਂ ਕਹਿਣਾ ਚਾਹੁੰਦਾ ਹੈਗਾ ਸਮਾਲ ਪੁਆਇੰਟਸ ਦੀ ਸ਼ੇਪ ਦੇ ਵਿੱਚ। ਨੰਬਰ 1, ਇੰਡੀਆ ਦੇ ਵਿੱਚ ਕੋਈ ਵੀ ਰਾਈਟ ਜਿਹੜਾ ਹੈਗਾ ਐਬਸੋਲੂਟ ਨਹੀਂ ਹੈਗਾ। There are certain limitations, ਚਾਹੇ ਘੁੰਮਣ ਦਾ ਹੈਗਾ, ਚਾਹੇ ਗੋ ਐਂਡ ਸੈਟਲ ਹੈਗਾ, whatever। ਜੇ ਸਟੇਟ ਗਵਰਨਮੈਂਟ ਕੋਈ ਰੀਜ਼ਨੇਬਲ ਇੰਸਟਰਕਸ਼ਨ ਦੇਣਾ ਚਾਹੁੰਦੀ ਹੈਗੀ ਹੈ, they are fully competent to do that. Economy and all those, they come later. Number 2, ਮੈਂ ਪਹਿਲੇ ਕਹਿ ਚੁੱਕਿਆ ਹੈਗਾ, ਇਹ ਜਿਹੜਾ ਇਨਸੀਡੈਂਟ ਹੋਇਆ ਹੈਗਾ, ਇਹਨੂੰ ਲੋਕਾਂ ਨੂੰ
ਧਿਆਨ ਦੇ ਨਾਲ ਲੈਣਾ ਪਏਗਾ, ਕਿਉਂਕਿ ਇਹਦਾ ਖਾਮਿਆਜ਼ਾ ਅਲਟੀਮੇਟਲੀ ਪੰਜਾਬ ਦੇ ਜਿਹੜੇ ਅਸੀਂ ਆਮ ਬਸ਼ਿੰਦੇ ਹੈਗੇ ਅਸੀਂ ਭੁਗਤਿਆ ਹੈਗਾ। ਵੀ ਹੈਵ ਟੂ ਬੀ ਸ਼ੋਰ ਕਿ ਅਸੀਂ ਬਿਨਾਂ ਮਤਲਬ ਦੇ ਨਾ ਭੜਕੀਏ ਤੇ ਕੋਈ ਗਲਤ ਸਟੈਪ ਨਾ ਲਈਏ। ਨੰਬਰ 3, ਇਹਦਾ ਇਨਵੈਸਟੀਗੇਸ਼ਨ ਦੀ ਗੱਲ ਕੀਤੀ। ਯੈਸ, ਸਟੇਟ ਜਿਹੜਾ ਹੈਗਾ ਉਹਨੂੰ ਕਰਨਾ ਚਾਹੀਦਾ ਹੈਗਾ, ਵਰਨਾ ਇਟ ਵਿਲ ਬੀ ਫੇਲਿਅਰ ਆਫ ਦ ਸਟੇਟ ਗਵਰਨਮੈਂਟ। ਔਰ ਕਿਉਂਕਿ ਇਹ ਇਸ ਤਰ੍ਹਾਂ ਦਾ ਜਾਪ ਰਿਹਾ ਹੈਗਾ ਕਿ ਤੇ ਹਿਮਾਚਲ 'ਚ ਕੋਸ਼ਿਸ਼ ਹੋਈ, ਪੰਜਾਬ 'ਚ ਕੋਸ਼ਿਸ਼ ਹੋਈ, ਹਰਿਆਣਾ ਦੇ ਵਿੱਚ ਲਿਜਾਂਦੇ ਪੜਨ ਦੀ ਕੋਸ਼ਿਸ਼ ਕੋਈ, ਉਹਦੇ 'ਚ ਆ ਰਿਹਾ ਸੀ ਨੈਂਡੇਡ ਸਾਹਿਬ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਦੇयर इज ਨੀਡ ਫॉर ਪੈਨ ਇੰਡੀਆ ਇਨਵੈਸਟੀਗੇਸ਼ਨ ਬਾਈ ਸੈਂਟਰਲ ਇੰਟੈਲੀਜੈਂਸ ਏਜੰਸੀਜ਼ ਆਲਸੋ। ਇਹ ਜਿਹੜਾ ਮੁੱਦਾ ਹੈਗਾ ਤਿੰਨੋਂ ਸਤਰ ਜਿਹੜੇ ਹੈਗੇ ਨੇ, ਆਮ ਲੋਕੀ ਜਿਹੜੇ ਸਾਡੇ ਵਰਗੇ ਹੈਗੇ ਨੇ, ਸਟੇਟ ਗਵਰਨਮੈਂਟਸ ਹੈਗੀਆਂ ਨੇ, ਸੈਂਟਰਲ ਗਵਰਨਮੈਂਟਸ ਹੈਗੀਆਂ ਨੇ, ਸਾਰਿਆਂ ਨੂੰ ਕਰਨਾ ਪਏਗਾ। ਔਰ ਫਿਰ ਜੇ ਕੋਈ ਸਟੇਟ ਗਵਰਨਮੈਂਟ ਕੋਈ ਰੈਸਟ੍ਰਿਕਸ਼ਨਸ ਲੈਣਾ ਚਾਹੁੰਦੀ ਹੈ, ਕਨਸਟੀਟਿਊਸ਼ਨਲੀ ਲੀਗਲੀ ਦੇ ਆਰ ਫੁੱਲੀ ਐਮਪਾਵਰਡ ਟੂ ਡੂ दैट। ਸ਼ਸ਼ੀਕਾਂਤ ਜੀ, ਇੱਕ ਸਵਾਲ ਤਾਂ ਮੈਂ ਹੋਰ ਸਮਝਣਾ ਚਾਹੁੰਦਾ ਤੁਹਾਡੇ ਤੋਂ। ਜਿਹੜੇ ਬੰਦੇ ਗੱਲ ਕਰਦੇ ਆ, ਖਾਲਿਸਤਾਨ ਦੇ ਝੰਡੇ ਲਾਉਂਦੇ ਆ, ਬੈਨਰ ਲਾਉਂਦੇ ਆ, ਲਿਖਦੇ ਆ, ਉਹ ਇਹ ਕਹਿੰਦੇ ਪੰਜਾਬ ਨੂੰ ਆਜ਼ਾਦੀ ਦਿਵਾਉਣੀ ਹੈ। ਜਦੋਂ ਪੰਜਾਬ ਨੂੰ ਆਜ਼ਾਦੀ ਦਿਵਾਉਣੀ ਹੈ ਤੇ ਜਦੋਂ ਇਹ ਜਿਹਾ ਸਵਾਲ ਖੜਾ ਹੁੰਦਾ ਕਿ ਸਰਹੱਦਾਂ ਤੇ ਚੈਕਿੰਗ ਹੋਊਗੀ, ਪੁੱਛਿਆ ਜਾਊਗਾ, ਜਦੋਂ ਵਿਕਰਮਜੀਤ ਕਹਿੰਦੇ ਇਹੋ ਜਿਹਾ ਬਿਆਨ ਸਾਹਮਣੇ ਆਉਂਦਾ ਸ਼ਸ਼ੀਕਾਂਤ ਜੀ, ਉਦੋਂ ਪੰਜਾਬ ਇਹ ਫੀਲ ਕਰਦਾ ਕਿ ਪੰਜਾਬ ਨੂੰ ਆਈਸੋਲੇਸ਼ਨ ਤਾਂ ਨਹੀਂ ਵੇਖਿਆ ਜਾਊਗਾ। ਸ਼ਸ਼ੀਕਾਂਤ ਜੀ, नहीं, बिल्कुल नहीं। ਜਿਹੜੀ ਗੱਲਾਂ ਹੋ ਰਹੀਆਂ ਨੇ, ਜੇ ਮੈਂ ਬਿਲਕੁਲ ਆਪਣੀ ਸਪਸ਼ਟ ਭਾਸ਼ਾ ਇਸਤੇਮਾਲ ਕਰਾਂ, ਸਭ ਰਬਿਸ਼। ਔਰ ਜਦੋਂ ਵੀ ਖਾਲਿਸਤਾਨ ਦੀ ਗੱਲ ਆਂਦੀ ਹੈਗੀ ਹੈ, ਮੇਰਾ ਹਮੇਸ਼ਾ ਪੁਆਇੰਟ ਰਿਹਾ ਹੈ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਵਾਈ ਨਾਟ ਸਟਾਰਟਡ ਫਰਮ ਲਾਹੌਰ ਐਂਡ ਵੈਸਟਰਨ ਪੰਜਾਬ, ਜਿਹੜਾ ਕਿ ਅਸੀਂ ਕਹਿੰਦੇ ਚੜ੍ਹਦਾ ਪੰਜਾਬ, ਅਸਲੀ ਪੰਜਾਬ ਤੇ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉੱਥੋਂ ਸ਼ੁਰੂ ਹੋਇਆ ਹੈਗਾ। ਵਾਈ ਆਰ ਦੇ ਲੁਕਿੰਗ ਫॉर ਅ ਟਰੰਕੇਟਡ ਖਾਲਿਸਤਾਨ ਔਰ ਵਟਐਵਰ ਇਟ ਇਜ਼। ਜੇ ਪੰਨੂ ਨੇ ਕਿਸੇ ਨੇ ਗੱਲ ਕਰਨੀ, ਦੇ ਸ਼ੁਡ ਸਟਾਰਟਡ ਫਰਮ ਲਾਹੌਰ ਐਂਡ ਵੈਸਟਰਨ ਪਾਕਿਸਤਾਨ, ਚੜ੍ਹਦਾ ਪੰਜਾਬ ਜਿਹੜਾ ਹੈਗਾ। So it's all politics, ਚਾਹੇ ਉਹ ਪੰਨੂਨ ਕੰਪਨੀ ਕਰ ਰਹੀ ਹੈਗੀ ਹੈ, ਚਾਹੇ ਇੱਥੇ ਦੇ ਪੋਲੀਟੀਕਲ ਪਾਰਟੀਆਂ ਕਰ ਰਹੀ ਹੈਗੀਆਂ ਨੇ, whatever it is. It all has to be seen in proper perspective. ਅਜੇ ਗੱਲ ਹੋਈ ਸੀ ਸਾਡੇ ਫੋਰਨ ਮਿਨਿਸਟਰ ਦੀ, yeah, he's a very good person, very good friend, yes. But again, government of India should also note this thing. ਕਿ ਗੱਲ ਕਰਦੇ ਹੈਗੇ ਤੁਸੀਂ, why not talk about Lahore and Western Pakistan? ਚਲੋ ਵਿਕਰਮਜੀਤ, ਇੱਕ ਲਾਸਟ ਸਵਾਲ ਤੁਹਾਡੇ ਤੋਂ ਲੈਣਾ ਤੇ ਫਿਰ ਮੈਂ ਡਿਬੇਟ ਸਮਾਪਤ ਕਰਨੀ ਹੈ। ਰੈਫਰੈਂਡਮ ਦਾ ਵਾਰ-ਵਾਰ ਜਿਹੜਾ ਰੌਲਾ ਪੈਂਦਾ, ਉਹਦਾ ਕੋਈ ਬੇਸ ਹੈਗਾ? There is no base. I think everybody is unanimous ਕਿ ਪੰਜਾਬ ਦੇ ਲੋਕੀ ਨਹੀਂ ਆਉਂਦਾ ਇਹਨਾਂ ਨਾਲ। ਇਹ ਬਾਹਰ ਬੈਠਾ ਪੰਨੂਨ ਪ੍ਰੋਪਾਗੈਂਡਾ ਕਰ ਰਿਹਾ ਹੈ ਔਰ ਇਹਦੇ ਵਿੱਚ ਪੰਜਾਬ ਵਿੱਚ ਲੋਕਲ ਸਪੋਰਟ ਨਹੀਂ। ਯੈਸ, देयर आर these fringe elements, ਜਿਸ ਤਰ੍ਹਾਂ ਕ੍ਰਿਮੀਨਲਸ ਨੇ, ਗੈਂਗਸਟਰਸ ਨੇ, ਅਨਇੰਪਲੋਇਡ ਯੂਥ ਜਿਹਨੂੰ ਪੈਸੇ ਦੀ ਲਿਓਰ ਹੈ। ਅੱਜ ਤੁਸੀਂ ਦੇਖੋ ਕਿ ਜਿਹੜੇ ਨਵਾਂ ਸ਼ਹਿਰ ਬੰਬ ਗ੍ਰੇਨੇਡ ਸੁੱਟਿਆ, ਇੱਕ ਹੋਰ ਜਗ੍ਹਾ ਗ੍ਰੇਨੇਡ ਸੁੱਟਿਆ ਹੈ, ਉਹ ਦੇ ਆਰ ਨੋਟ ਪਾਰਟ ਆਫ ਦੇ ਆਰ ਨੋਟ ਕਹਿੰਦੇ ਨੇ ਰੈਗੂਲਰ ਟੈਰਰਿਸਟ ਐਜ਼ ਯੂ ਸੇ। ਅਨਇੰਪਲੋਇਡ ਯੂਥ ਸੀਗੇ, ਪੈਸਾ ਚਾਹੀਦਾ ਸੀਗਾ, ਸੋ ਦੇ ਵਰ ਡੂਇੰਗ ਇਟ। ਸੋ ਮੇਨ ਲੋਕ ਪੰਜਾਬ ਦੇ ਇਹਦੇ ਨਾਲ ਨਹੀਂ ਹੈਗੇ। ਐਂਡ ਆਈ ਵੁੱਡ ਬੀ ਵੈਰੀ ਇੰਟਰਸਟਿਡ ਟੂ ਨੋ ਕਿ ਜਿਸ ਤਰ੍ਹਾਂ ਮਿਸਟਰ ਪੰਨੂਨ ਹੈਗਾ, ਇਹਦੇ ਲਿੰਕਸ ਇੰਡੀਆ ਵਿੱਚ ਕਿਹਦੇ ਨਾਲ ਨੇ? Yes. मेरी suspicion है कि this man is linked to some very powerful people in India. This is my suspicion. ਸ਼ਸ਼ੀਕਾਂਤ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਸ ਸਵਾਲ ਤੇ? ਵਿਕਰਮਜੀਤ, I fully agree with Mr. Vikramjit Singh. Whatever he's saying, that makes sense. Yes. Isolation, nobody can talk. There has to be something. ਬਿਨਾ smoke ਜਿਹੜਾ ਹੈਗਾ ਬਗੈਰ ਅੱਗ ਦੇ ਨਹੀਂ ਆਉਂਦਾ ਹੈਗਾ। ਡਾਕਟਰ ਖਾਲਿਦ, ਤੁਸੀਂ ਵੀ ਐਗਰੀ ਕਰਦੇ ਹੋ? ਦੇਖੋ, ਬਿਲਕੁਲ ਸਹੀ ਹੈ। ਤੁਸੀਂ ਲੋਕਲ ਸਪੋਰਟ ਜਾਂ ਲੋਕਲ ਕਿਸੇ ਵੀ ਵਿਅਕਤੀ ਦੀ ਹਾਂ ਤੇ ਬਿਨਾ ਤੁਸੀਂ ਇਹ ਸਾਰਾ ਕੁਝ ਨਹੀਂ ਕਰ ਸਕਦੇ। ਡੈਫੀਨਿਟਲੀ देयर आर ਸਮ ਪੀਪਲ ਜਿਹੜੇ ਕਿ ਹੈਂਡਸ ਇਨ ਗਲਵ ਹੈ, ਜਿਹੜੇ ਸਿੱਖ ਫॉर ਜਸਟਿਸ ਜਾਂ ਹੋਰ ਜਿੰਨੇ ਵੀ ਬੰਦੇ ਬਾਹਰ ਬੈਠੇ ਹੈ, ਜਿਹੜੇ ਖਾਲਿਸਤਾਨ ਦੀ ਕਿਤੇ ਗੱਲ ਕਰਦੇ ਰਹਿੰਦੇ ਆ, ਉਹ ਸਾਰੇ ਜਿਹੜੇ ਹੈਗੇ ਡੈਫੀਨਿਟਲੀ ਕਿਸੇ ਨਾ ਕਿਸੇ ਵਿਅਕਤੀ, ਆਰਗੇਨਾਈਜੇਸ਼ਨ, ਪੋਲੀਟੀਕਲ ਪਾਰਟੀ ਜਾਂ ਪੋਲੀਟੀਕਲ ਲੀਡਰ ਦੇ ਨਾਲ ਲਿੰਕਡ ਹੈ, ਜਿਹਦੀ ਵਜ੍ਹਾ ਕਰਕੇ ਸਾਰਾ ਕੁਝ ਕਰਦੇ ਆ, ਅਦਰਵਾਈਜ਼ ਤੁਸੀਂ ਨਹੀਂ ਕਰ ਸਕਦੇ। ਚਲੋ, ਬਹੁਤ ਧੰਨਵਾਦ ਡਾਕਟਰ ਖਾਲਿਦ ਤੁਹਾਡਾ। ਵਿਕਰਮਜੀਤ ਸਿੰਘ, ਤੁਹਾਡਾ ਬਹੁਤ ਧੰਨਵਾਦ। ਸ਼ਸ਼ੀਕਾਂਤ ਜੀ, ਤੁਹਾਡਾ ਬਹੁਤ ਧੰਨਵਾਦ। ਸਾਰਿਆਂ ਨੇ ਆਪਦੀ ਬੇਬਾਕੀ ਨਾਲ ਰਾਏ ਰੱਖੀ ਹੈ। ਫੈਸਲਾ ਤੁਸੀਂ ਲੋਕਾਂ ਨੇ ਕਰਨਾ ਹੈਗਾ। ਖਾਲਿਸਤਾਨ ਦੇ ਏਜੰਡੇ ਤੋਂ, ਖਾਲਿਸਤਾਨ ਦੇ ਝੰਡੇ ਤੋਂ, ਡੰਡੇ ਤੋਂ, ਨਾਰਿਆਂ ਤੋਂ ਡਰਨ ਦੀ, ਦਹਿਸ਼ਤ 'ਚ ਆਉਣ ਦੀ ਜ਼ਰੂਰਤ ਨਹੀਂ ਹੈਗੀ ਗੀ। ਅਤੇ ਇਹ ਝੰਡਿਆਂ ਦੇ ਵਿੱਚ ਕਿਹਦੇ ਡੰਡੇ ਹੈਗੇ, ਇਸ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਇਸ ਡਿਬੇਟ ਦੇ ਵਿੱਚ ਬਹੁਤ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ। ਸਰਕਾਰਾਂ 'ਤੇ ਕੀ ਐਕਸ਼ਨ ਲੈਂਦੀਆਂ ਪਈਆਂ, ਪੁਲਿਸ ਪ੍ਰਸ਼ਾਸਨ ਕਿਹੜੀ ਕਾਰਵਾਈ ਕਰੇਗਾ, ਸਾਡੀ ਉਨ 'ਤੇ ਨਜ਼ਰ ਰਹੇਗੀ। ਬਹੁਤ ਧੰਨਵਾਦ।